ਗੁਰ ਗੋਬਿੰਦ ਉਦਾਏ ਪੀਰ, ਗੁਰ ਗੋਬਿੰਦ ਉਦਾਏ ਪੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ फतेह। हाँ जी, वॉइस ऑफ मानवता चैनल आप सबका साथ चैनल, ये चैनल आप सबको रिक्वेस्ट करता है जी कि आप सब अपने मन की बात सबके साथ शेयर करें। सच की बात और समझदारी की बात और ज्ञान की बात। सेवादार मेघराज सिंह जी हम सबको मानवता से जोड़ने का प्रयत्न करते हुए दो हाथ जोड़कर आप सबको आमंत्रित करते हैं वॉइस ऑफ मानवता पर। आज का स्पेशल प्रोग्राम है साहिब कमाल बाजा वाले सरबंस सुदानी पिता श्री गुरु गोविंद सिंह जी महाराज जी के प्रकाश उत्सव पर आज का मुद्दा है, आओ दुनिया में प्यार कैसे फैलाएं। और हमारे साथ जो जो मेहमान भी जुड़े हैं वॉइस ऑफ मानवता की तरफ से सबका स्वागत है। दो हाथ जोड़कर सबको जी आया आख्या जाता है जी, और सबका स्वागत है। आओ सारे उस मार्ग के साथ जुड़े और अपना अपना जो विचार है, अपनी अपनी अच्छी विचार गुरु गोविंद सिंह जी के बारे वो सबके सामने रखें जी। और हमारे साथ में जुड़े हैं भाई विनोद सिंह जी। हाँ जी विनोद सिंह जी, आप जी शुरुआत करिए प्लीज। वाहिगुरू जी खालसा, वाहिगुरू जी की फतेह जी। खालसा वाहिगुरू जी की फतेह। सारे जो भी वॉइस ऑफ मानवता चैनल देख रहे सभी दर्शकों को और मेरे सम्मानित सभी साथी जो इस डिबेट में शामिल है, भाई साहब भाई गुरजीत सिंह जी, सरदार कृपाल सिंह जी, भाई कमलजीत सिंह जी ते होर बेअंत जो भी माई भाई इस चैनल राही साडी आवाज़ सुन रहे हैं, उन्होंने मेरे वालों सब तो पहला वाहिगुरू जी का खालसा, वाहिगुरू जी की फतेह। हाँ जी भाई साहब जी ने बहुत बड़ा उपराला। हाँ जी बोलो बोलो। भाई विनोद सिंह जी बोल दो, आप बोल रहे मैनू के। हाँ जी, भाई साहब जी ने, भाई मेघराज सिंह जी ते भाई कमलजीत सिंह ने बहुत बड़ा उपराला किया। ਇਹਦੇ ਨਾਲ ਸਾਡੀ ਸਿੱਖ ਸੰਗਤ ਜੁੜੇਗੀ, ਸਾਡੇ ਇਤਿਹਾਸ ਬਾਰੇ, ਸਾਡੀ ਕੌਮ ਬਾਰੇ, ਸਾਡੇ ਵਿਰਸੇ ਬਾਰੇ ਪੂਰੇ ਲੋਕਾਈ ਇਸ ਗੱਲ ਨੂੰ ਸਮਝੇਗੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੰਸਾਰ ਵਿੱਚ ਆਉਣ ਦਾ ਕੀ ਉਪਦੇਸ਼ ਸੀ ਤੇ ਕਿਉਂ ਇਹ ਖਾਲਸਾ ਸਭ ਨਾਲੋਂ ਪਿਆ ਹੈ। ਇਹ ਸਭ ਤੋਂ ਵੱਡੀ ਸਾਲ ਆਪਾਂ ਨੂੰ ਕਿਸਾਨ ਅੰਦੋਲਨ ਤੋਂ ਵੇਖਣ ਨੂੰ ਮਿਲ ਗਿਆ ਇਸ ਵੇਲੇ, ਪਰ ਲੈ ਕੇ ਇਸ ਵੇਲੇ ਸਟਾਰਟ ਹੋਇਆ ਸਤਿਗੁਰੂ ਜੀ ਦਾ, ਸਤਿਗੁਰੂ ਜੀ ਦਾ ਪਾਵਨ ਪੁਰਬ ਜਿਹੜਾ 20 ਜਨਵਰੀ ਨੂੰ ਪ੍ਰਕਾਸ਼ ਪੁਰਬ ਆ ਰਿਹਾ। ਆਪਾਂ ਇਸ ਵੇਲੇ ਸਤਿਗੁਰੂ ਪਾਤਸ਼ਾਹ ਬਾਰੇ, ਉਹਦੇ ਇਤਿਹਾਸ ਬਾਰੇ ਨੰਬਰ ਆਵਾਜ਼ आवाज कट गई। हाँ जी डॉक्टर कृपाल सिंह जी। हाँ जी वाहिगुरू खालसा वाहिगुरू फतेह जी। फतेह जी। हाँ जी, 1 मिनट ਦੇ ਲਈ ਕੋਈ ਮੈਸੇਜ ਸ਼ੁਰੂਆਤ ਵਿੱਚ ਹੋਣਾ ਪੈਣਾ ਵਿੱਚ ਨਹੀਂ जी मेरी सब तो पहला फतेह ते वॉइस ऑफ मानवता ਦਾ ਧੰਨਵਾਦ for arranging it with your help। you know ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਬਾਬਤ ਬਹੁਤ ਕੁਝ ਲਿਖਿਆ ਗਿਆ ਤੇ ਬਹੁਤ ਕੁਝ ਉਹਨਾਂ ਦੇ ਮਤਲਬ ਗੱਲਾਂ ਬਾਤਾਂ ਲੋਕ ਕਰਦੇ ਰਹਿੰਦੇ, ਅਸੀਂ ਮਨਾਉਂਦੇ ਆ ਉਹਨਾਂ ਦੀਆਂ ਯਾਦਗਾਰਾਂ। ਪਰ ਸਾਨੂੰ ਬਹੁਤ ਮੁਬਾਰਕ ਜਿਹੜੀ ਹੋਵੇ ਉਹਨਾਂ ਦੇ ਪ੍ਰਕਾਸ਼ ਉਤਸਵ ਦੀ, ਪਰ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਉਹਨਾਂ ਦੇ ਜੀਵਨ ਤੋਂ ਅਸੀਂ ਸਬਕ ਕੀ ਸਿੱਖਿਆ ਤੇ ਉਹ ਸਬਕ ਨੂੰ ਅਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਕਿਵੇਂ ਅਮਲ ਚ ਲੈ ਕੇ ਆਣਾ। ਜਿਵੇਂ ਮਹਾਰਾਜ ਨੇ ਕਿਹਾ ਵੀ ਖਾਲਸਾ ਮੇਰਾ ਰੂਪ ਹੈ, ਖਾਸ ਖਾਲਸੇ ਮੇਰਾ ਕਰੋ ਨਿਵਾਸ। ਅੱਗੇ ਕਹਿੰਦੇ ਨੇ ਬਈ ਖਾਲਸਾ ਜੋ ਨਿਰਧਨ ਕੋ ਪਾਲੇ, ਖਾਲਸਾ ਜੋ ਦੁਸ਼ਟ ਕੋ ਗਾਲੇ। ਕਿੱਥੇ ਪਹੁੰਚੇ ਅਸੀਂ ਉਹ ਨਿਰਧਨ ਨੂੰ ਪਾਲਣ ਕਰਨ ਦੇ ਲਈ, ਕਿੱਥੇ ਅਸੀਂ ਉਹਨਾਂ ਦੀ ਰੱਖਿਆ ਕਰਨ ਦੇ ਲਈ, ਕਿੱਥੇ ਅਸੀਂ ਹੈਗੇ ਆ ਉਸ ਰੂਪ ਦੇ ਵਿੱਚ ਤੇ ਕਿਵੇਂ ਇਹਨਾਂ ਗੱਲਾਂ ਦੇ ਵਿਚਾਰ। ਦੇਖੋ ਨਹੀਂ ਬਾਕੀ ਕਰੋ ਬਾਅਦ ਚ ਕਰਨੇ ਆਪਣਾ ਵਿੱਚ ਚੱਲਦੇ ਇਸ ਕੰਮ। ਹਾਂਜੀ ਭਾਈ ਗੁਰਜੀਤ ਸਿੰਘ ਜੀ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਜੇ ਉਹ ਨਹੀਂ ਜੁੜ ਰਹੇ ਤੁਸੀਂ ਉਹਨਾਂ ਨੂੰ ਆਪਣੇ ਨਾਲ ਹੀ ਜੋੜ ਸਕਦੇ ਹੋ। ਆਪਾਂ ਉਹਨਾਂ ਦੇ ਨਾਲ ਵੀ ਤੁਹਾਡੇ ਆਪਣੇ ਕੈਮਰੇ ਦੇ ਜਾ ਕੇ ਨਾਲ ਹੀ ਕਰ ਲਾਂਗੇ। ਠੀਕ ਹੈ, ਕੋਈ ਗੱਲ ਨਹੀਂ। 1 ਮਿੰਟ ਵਾਸਤੇ ਆਪਣਾ ਮੈਸੇਜ। ਹਾਂਜੀ ਪਲੀਜ਼।
ਹਾਂਜੀ, ਸਭ ਤੋਂ ਪਹਿਲਾਂ ਤੇ ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਪੈਨਲ ਮੈਂਬਰ, ਸਮੂਹ ਸਿੱਖ ਸੰਗਤ, ਸਮੁੱਚੇ ਸਿੱਖ ਜਗਤ ਨੂੰ ਦੇਸ਼ ਵਿਦੇਸ਼ ਵਿੱਚ ਜਿੱਥੇ ਵੀ ਵਸ ਰਹੇ ਨੇ, ਸਾਰਿਆਂ ਨੂੰ ਦਸਮ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ, ਹਾਂਜੀ, ਸਤਿਗੁਰੂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਦਰਜਨਾਂ ਲਕਬ ਨਾਲ ਲੱਗਦੇ ਨੇ। ਕੋਈ ਪਾਤਸ਼ਾਹ ਨੂੰ ਬਾਜਾਂ ਵਾਲਾ ਕਹਿੰਦਾ ਹੈ, ਕੋਈ ਨੀਲੇ ਦਾ ਸ਼ਾਹ ਸਵਾਰ ਕਹਿੰਦਾ, ਕੋਈ ਉਸ ਪਾਤਸ਼ਾਹ ਨੂੰ ਚੋਜੀ ਪ੍ਰੀਤਮ ਕਹਿੰਦਾ ਹੈ। ਤੇ ਮਾਨਵਤਾ ਟੀਵੀ ਵੱਲੋਂ ਬਹੁਤ ਵੱਡਾ ਉਪਰਾਲਾ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਸਾਰੇ ਵੀਰ ਉਸ ਪਰਮ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੀਵਨੀ, ਉਹਨਾਂ ਦੀ ਇਤਿਹਾਸਕ ਵਾਰਤਾ ਜਿਹੜੀ ਆਪਸ ਵਿੱਚ ਸਾਂਝੇ ਕਰਨ ਲੱਗੇ ਆ, ਤੇ ਸਾਰਿਆਂ ਨੂੰ ਮਿਲ ਬਿਠਾਉਣ ਦਾ ਜਿਹੜਾ ਉਪਰਾਲਾ ਮਾਨਵਤਾ ਟੀਵੀ ਨੇ ਕੀਤਾ। ਗੁਰੂ ਪਾਤਸ਼ਾਹ ਕਿਰਪਾ ਕਰਨ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕਹਿ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਸੋ ਸਾਰੇ ਰਲ ਮਿਲ ਕੇ ਗੁਰੂ ਸਾਹਿਬ ਦੀ ਸਿਫਤ ਸਲਾਹ ਆਰੰਭ ਕਰੀਏ ਜੀ। ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੁਖਦੀਪ ਸਿੰਘ ਜੀ, ਆਪ ਜੀ ਕੋਈ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਆ ਰਹੀ ਆਵਾਜ਼ ਜੀ? ਹਾਂਜੀ ਹਾਂਜੀ, ਆਵਾਜ਼ ਆ ਰਹੀ ਹੈ। ਹਾਂਜੀ, ਆਪ ਜੀ ਦਾ ਸਵਾਗਤ ਹੈ। ਆਪ ਜੀ ਕੋਈ ਮੈਸੇਜ ਦਿਓ 1 ਮਿੰਟ ਵਾਸਤੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬਾਰੇ। ਹਾਂਜੀ ਜੀ, ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੋ ਹਰਦੀਪ ਸਿੰਘ ਇੱਕ ਦੁਬਾਰਾ ਲਿੰਕ ਭੇਜ ਦਿਓ ਨੇ WhatsApp ਤੇ। ਉਹਨਾਂ ਦੇ ਵਿਚਲੇ ਸਿਧਾਂਤ ਨੇ ਪੂਜਾ, ਅਕਾਲ ਇਕਾਰ, ਖਾਲਸੇ ਕਾ, ਇਹਨਾਂ ਦੇ ਵਿਚਾਰ ਨੂੰ ਅਮਲ ਦੇ ਵਿੱਚ ਲਿਆਉਣਾ ਹੀ ਸਾਡਾ ਜਿਹੜਾ ਮੇਨ ਪਰਪਸ ਹੋਵੇਗਾ। ਇਹਨਾਂ ਦੇ ਜਿਹੜੇ ਪ੍ਰਕਾਸ਼ ਪੁਰਬ ਮਨਾਇਆ ਜਾਏ, ਸਾਡੇ ਸਫਲੇ ਹੋਣਗੇ, ਭਲੇ ਹੋਣਗੇ। ਇਹਨਾਂ ਸਿਧਾਂਤਾਂ ਨੂੰ ਅਸੀਂ ਜੀਵਨ ਦੇ ਵਿੱਚ ਵਿਚਾਰਨਾ ਸ਼ੁਰੂ ਕਰਾਂਗੇ ਤੇ ਅਮਲ ਲਿਆਉਣਾ ਸ਼ੁਰੂ ਕਰਾਂਗੇ। ਵਾਹਿਗੁਰੂ ਪਲੀਜ਼ ਵਿੱਚ ਗੱਲ ਨਾ ਕਰੋ ਜੀ। ਹਾਂਜੀ ਹਾਂਜੀ ਹਾਂਜੀ, ਇਹ ਸਰਦਾਰ ਪ੍ਰਵਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ। ਹਾਂਜੀ, 1 ਮਿੰਟ ਵਾਸਤੇ ਸ਼ੁਰੂ ਵਿੱਚ ਮੈਸੇਜ ਦਿਓਗੇ ਕੋਈ? ਦਾਸ ਨੂੰ ਜੀ ਕੁਝ ਜ਼ਿਆਦਾ ਨੌਲੇਜ ਹੈਗੀ ਨਹੀਂ ਹੈ ਹਿਸਟਰੀ ਬਾਰੇ, ਬਟ ਮਤਲਬ ਚਲੋ ਆਈ ਵਿਲ ਬੀ ਲਿਸਨਰ, ਆਈ ਮੀਨ ਸੁਣਨਾ ਪਸੰਦ ਕਰਾਂਗਾ ਜੀ। ਹਾਂਜੀ ਹਾਂਜੀ, ਹੈਲੋ, ਹਾਂਜੀ ਸੁਣਨਾ ਪਸੰਦ ਕਰਾਂਗਾ ਜੀ ਆਪ ਜੀ ਦੇ ਵਚਨਾਂ ਨੂੰ। ਹਾਂਜੀ ਹਾਂਜੀ, ਮੈਂ ਕਿਹਾ ਸੁਣਨਾ ਪਸੰਦ ਕਰਾਂਗਾ ਜੀ ਆਪ ਜੀ ਦੇ ਵਚਨਾਂ ਨੂੰ। ਹਾਂ, ਥੈਂਕ ਯੂ, ਵੈਲਕਮ। ਹਾਂਜੀ, ਭਾਈ ਗੁਰਜੀਤ ਸਿੰਘ ਜੀ। ਹਾਂਜੀ, ਪਲੀਜ਼ ਆਪ ਜੀ ਆਪਣੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਆਪਣੇ ਜਨਮ ਬਾਰੇ ਅਤੇ ਪਟਨਾ ਸ਼ਹਿਰ ਬਾਰੇ ਤੇ ਬਾਬਾ ਭਿੱਖਣ ਸ਼ਾਹ ਬਾਰੇ ਆਪਾਂ ਸ਼ਾਰਟਕਟ ਵਿੱਚ ਰੱਖਣਾ ਹੈ ਥੋੜਾ ਜਿਹਾ ਨਾ, ਤੇ ਕੁਝ ਚਾਨਣ ਪਾਓ ਆਪ ਜੀ। ਹਾਂਜੀ, ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਆਪਾਂ ਪਾਵਨ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਦੇ ਵਿੱਚ ਵਿਚਾਰ ਆਰੰਭ ਕਰਨ ਲੱਗੇ ਹਾਂ। ਸੋ ਸਭ ਤੋਂ ਪਹਿਲਾਂ ਤੇ ਗੁਰੂ ਉਸਤਤ, ਕਿ ਗੁਰੂ ਦੇ ਪ੍ਰਤੀ ਜੋ ਭਾਵਨਾ ਹੈ, ਜੋ ਪਿਆਰ ਹੈ, ਉਹ ਇਸ ਤਰ੍ਹਾਂ ਦਾ ਸਾਡਾ ਪ੍ਰਪੱਕ ਵਿਸ਼ਵਾਸ ਹੋਵੇ ਕਿ ਸਾਡਾ ਗੁਰੂ ਜੋ ਹੈ ਉਹ ਗੁਰ ਗੋਬਿੰਦ, ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ, ਗੁਰ ਦਇਆਲ ਸਮਰੱਥ ਗੁਰ, ਗੁਰ ਨਾਨਕ ਪਤਿਤ ਉਦਾਹਰਣ ਹੈ, ਭਉ ਜਲ ਬਿਖਮ ਅਸਗਾ, ਗੁਰ ਸ਼ਬਦੀ ਤਾਰਿਨ, ਨਾਨਕ ਪੂਰ ਕਰਮ ਸਤਿਗੁਰ ਚਰਣੀ ਲੱਗਿਆ। ਸੋ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਜੁੜਨ ਲੱਗੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਤਾ ਪਿਤਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ, ਜਿਨ੍ਹਾਂ ਦਾ ਵਿਆਹ ਕਰਤਾਰਪੁਰ ਸਾਹਿਬ ਦੀ ਪਾਵਨ ਧਰਤੀ ਤੇ 1629 ਈਸਵੀ ਦੇ ਵਿੱਚ ਹੋਇਆ। ਕੁਝ ਵਿਦਵਾਨਾਂ ਦਾ ਵਿਚਾਰ ਇਸ ਤੋਂ ਵੱਖਰਾ ਵੀ ਹੈ, ਕੋਈ 33 ਦਾ ਵੀ ਮੰਨਦੇ ਨੇ। ਤੇ ਜਦੋਂ ਗੁਰੂ 6ਵੇਂ ਪਾਤਸ਼ਾਹ ਦੇ ਹੁਕਮ ਨਾਲ
ਮਾਤਾ ਨਾਨਕੀ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਨੂੰ ਲੈ ਕੇ ਬਕਾਲੇ ਦੀ ਧਰਤੀ ਤੇ ਚਲੇ ਗਏ ਤੇ ਬਕਾਲੇ ਦੀ ਧਰਤੀ ਤੇ ਲੰਬਾ ਸਮਾਂ ਗੁਰੂ ਸਾਹਿਬ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵਿੱਚ ਗੁਜ਼ਾਰਿਆ ਤੇ ਉੱਥੋਂ ਹੀ 1664 ਦੇ ਵਿੱਚ ਗੁਰਿਆਈ ਗੱਦੀ ਦੀ ਬਖਸ਼ਿਸ਼ ਪ੍ਰਾਪਤ ਹੋਈ, ਜਦੋਂ 8ਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਦਿੱਲੀ ਦੀ ਧਰਤੀ ਤੋਂ ਇਹ ਬਚਨ ਕੀਤਾ ਕਿ ਬਾਬਾ ਬਸੈ ਗ੍ਰਾਮ ਬਕਾਲੇ, ਤੇ ਗੁਰੂ ਤੇਗ ਬਹਾਦਰ ਸਾਹਿਬ ਗੁਰਿਆਈ ਗੱਦੀ ਤੇ ਬਿਰਾਜਮਾਨ ਹੋਏ। ਉਸ ਤੋਂ ਬਾਅਦ ਵਿੱਚ ਅੰਮ੍ਰਿਤਸਰ ਸਾਹਿਬ ਜਾਂਦੇ ਨੇ, ਮੈਂ ਸੰਖੇਪ ਕਰਾਂਗਾ। ਉਸ ਤੋਂ ਬਾਅਦ 1665 ਵਿੱਚ ਆਨੰਦਪੁਰ ਸਾਹਿਬ ਦਾ ਨਗਰ ਵਸਾਉਂਦੇ ਨੇ, ਜਿਸ ਦਾ ਪਹਿਲਾ ਨਾਮ ਚੱਕ ਨਾਨਕੀ ਮਾਤਾ ਨਾਨਕੀ ਜੀ ਦੀ ਰੱਖਿਆ ਗਿਆ। ਤੇ ਇੱਥੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਰਿਵਾਰ ਸਮੇਤ, ਮਾਤਾ ਜੀ ਦੇ ਸਮੇਤ, ਸਿੱਖਾਂ ਦੇ ਸਮੇਤ ਆਪ ਜੀ ਨੇ ਪੂਰਬ ਦੀ ਦਿਸ਼ਾ ਨੂੰ ਪ੍ਰਚਾਰ ਉਦਾਸੀਆਂ ਆਰੰਭ ਕੀਤੀਆਂ। ਤੇ ਇਸੇ ਰਸਤੇ ਦੇ ਵਿੱਚ ਜਿੱਥੇ ਅੱਜ ਕੱਲ ਸਾਡਾ ਤਖਤ ਹੈ ਪਟਨਾ ਸਾਹਿਬ ਬਿਹਾਰ ਦੇ ਵਿੱਚ, ਉਸ ਪਾਵਨ ਤੇ ਗੁਰੂ ਪਾਤਸ਼ਾਹ ਨੇ ਆਪਣੇ ਪਰਿਵਾਰ ਨੂੰ ਉੱਥੇ ਟਿਕਾਉਣਾ ਕੀਤਾ। ਸਿੱਖ ਸੰਗਤਾਂ ਨਾਲ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪ ਹੋਰ ਜਿਹੜੇ ਸੰਸਾਰ ਦੇ ਭਲੇ ਦੇ ਕਾਰਜ ਨੇ ਜਾਂ ਰਾਜਿਆਂ ਦੀਆਂ ਆਪਸੀ ਲੜਾਈਆਂ ਦੇ ਬਾਬਤ ਸਮਝਾ ਬੁਝਾ ਕੇ ਲੜਾਈ ਨੂੰ ਮਿਟਾਉਣ ਵਾਸਤੇ ਆਪ ਅੱਗੇ ਚਲੇ ਗਏ, ਅਸਾਮ ਚਲੇ ਗਏ ਸਨ। ਤੇ ਇਸੇ ਹੀ ਸਥਾਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦਾ ਬਚਪਨ ਦਾ ਨਾਂ ਗੋਬਿੰਦ ਰਾਏ ਹੈ, ਮਾਤਾ ਗੁਜਰੀ ਦੀ ਕੁੱਖ ਤੋਂ 1666 ਈਸਵੀ ਨੂੰ ਗੋਬਿੰਦ ਰਾਏ ਪਾਤਸ਼ਾਹ ਦਾ ਪਾਵਨ ਪ੍ਰਕਾਸ਼ ਹੋਇਆ। ਜਦੋਂ ਗੋਬਿੰਦ ਰਾਏ ਪਾਤਸ਼ਾਹ ਦੇ ਭਾਗ ਗੁਰੂ ਤੇਗ ਬਹਾਦਰ ਸਾਹਿਬ ਦੇ ਗ੍ਰਹਿ ਵਿਖੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਪੁੱਤਰ ਦੀ ਦਾਤ ਬਖਸ਼ੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਸ ਸਮੇਂ ਵਿਆਹ ਨੂੰ ਲਗਭਗ 33 ਸਾਲ ਦਾ ਸਮਾਂ ਹੋ ਗਿਆ ਸੀ। ਜੇ ਅਸੀਂ 1629 ਦੇ ਹਿਸਾਬ ਨਾਲ ਕਾਊਂਟ ਕਰੀਏ ਤੇ 37 ਸਾਲ ਬਣ ਜਾਂਦੇ ਨੇ, ਪਰ ਕੁਝ ਵਿਦਵਾਨਾਂ ਦਾ ਵਿਚਾਰ ਜਿਹੜਾ ਉਹ 33 ਵਾਲਾ ਹੈ। ਤੇ ਇੰਨੀ ਲੰਬੀ ਉਡੀਕ ਤੋਂ ਬਾਅਦ ਵਿੱਚ ਉਸ ਮਾਲਕ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਉਹ ਮਹਾਨ ਬੰਦਗੀ, ਇਕਾਗਰਤਾ, ਮਾਤਾ ਗੁਜਰੀ ਦੀ ਉਹ ਮਹਾਨ ਸੇਵਾ, ਤੇ ਜਦੋਂ ਉਹਨਾਂ ਦੇ ਗ੍ਰਹਿ ਵਿਖੇ ਉਹ ਪੁੱਤਰ ਪੈਦਾ ਹੋਇਆ ਜਿਸ ਨੇ ਹਿੰਦੁਸਤਾਨ ਦੀਆਂ ਗੁਲਾਮੀ ਦੀਆਂ ਜੜ੍ਹਾਂ ਕੱਟ ਕੇ ਰੱਖੀਆਂ, ਉਸ ਮਹਾਨ ਸਤਿਗੁਰੂ ਦਾ ਪ੍ਰਕਾਸ਼ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ 1666 ਈਸਵੀ ਨੂੰ ਹੁੰਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੂੰ ਖਬਰ ਪਹੁੰਚਾਈ ਜਾਂਦੀ ਹੈ ਕਿ ਤੁਹਾਡੇ ਘਰ ਵਿੱਚ ਮਾਲਕ ਨੇ ਕਿਰਪਾ ਕੀਤੀ ਹੈ, ਪੁੱਤਰ ਦੀ ਦਾਤ ਬਖਸ਼ੀ ਹੈ। ਤੇ ਸਾਡੇ ਹੁਕਮਨਾਮੇ ਦੱਸਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਹੁਕਮਨਾਮਾ ਲਿਖਿਆ ਜਿਸ ਵਿੱਚ ਗੋਬਿੰਦ ਰਾਏ ਰੱਖਣ ਦੀ ਪ੍ਰੇਰਨਾ ਕੀਤੀ, ਹੁਕਮ ਕੀਤਾ। ਤੇ ਨਾਲ ਹੀ ਸਿੱਖ ਸੰਗਤਾਂ ਨੂੰ ਇਹ ਵੀ ਤਾਕੀਦ ਕੀਤੀ ਕਿ ਗੋਬਿੰਦ ਰਾਏ ਦਾ ਬੱਚੇ ਦਾ ਹਰ ਤਰ੍ਹਾਂ ਧਿਆਨ ਰੱਖੇ। ਸੰਗਤਾਂ ਸੇਵਾ ਕਰਦੀਆਂ, ਬਹੁਤ ਪਿਆਰ ਦੇ ਵਿੱਚ ਬਾਲਕ ਗੋਬਿੰਦ ਰਾਏ ਪਾਤਸ਼ਾਹ ਨੂੰ ਪਿਆਰ ਕਰਦੀਆਂ, ਪਿਆਰ ਕਰਦੀਆਂ, ਗੁਰੂ ਪਰਿਵਾਰ ਦਾ ਆਦਰ ਸਨਮਾਨ ਕਰਦੀਆਂ। ਸੋ ਇਸ ਤਰ੍ਹਾਂ ਕਈ ਸਾਲਾਂ ਦਾ ਸਮਾਂ ਜਿਹੜਾ ਉਹ ਪਟਨਾ ਸਾਹਿਬ ਦੀ ਧਰਤੀ ਤੇ ਬੀਤਿਆ। ਇਤਿਹਾਸ ਕਹਿੰਦਾ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਲਗਭਗ 3.5 ਸਾਲ ਦੇ ਗੋਬਿੰਦ ਰਾਏ ਪਾਤਸ਼ਾਹ ਹੋ ਗਏ ਸੀ ਜਦੋਂ ਪਹਿਲੀ ਵਾਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਆ ਕੇ ਆਪਣੇ ਪੁੱਤਰ ਨੂੰ ਵੇਖਿਆ ਔਰ ਗੋਬਿੰਦ ਰਾਏ ਪਾਤਸ਼ਾਹ ਨੇ ਆਪਣੇ ਪਿਤਾ ਨੂੰ ਵੇਖਿਆ। ਜਦੋਂ ਸੰਸਾਰ ਦੇ ਅਸੀਂ ਤਿਆਗ ਦੀ ਗੱਲ ਕਰਦੇ ਹਾਂ, ਤੇਗ ਸਾਹਿਬ ਨੇ ਸੱਚੇ ਤਿਆਗ ਦਾ ਉਪਦੇਸ਼ ਕੀਤਾ,
ਪਰਿਵਾਰ ਦੇ ਮੋਹ ਦੇ ਬੰਧਨਾਂ ਤੋਂ ਆਜ਼ਾਦ ਰਹਿਣ ਦਾ ਸਾਨੂੰ ਉਪਦੇਸ਼ ਕੀਤਾ। ਜਿੱਥੇ ਗੁਰੂ ਪਾਤਸ਼ਾਹ ਨੇ ਉਪਦੇਸ਼ ਕੀਤਾ ਉੱਥੇ ਨਾਲ ਗੁਰੂ ਪਾਤਸ਼ਾਹ ਨੇ ਇਸ ਨੂੰ ਕਮਾਇਆ ਵੀ ਹੈ। ਅਸੀਂ ਪਰਿਵਾਰਾਂ ਵਾਲੇ ਹਾਂ, ਗ੍ਰਸਤੀ ਹਾਂ, ਸੋ ਅਸੀਂ ਸੋਚ ਸਕਦੇ ਹਾਂ ਵੀ ਘਰ ਦੇ ਵਿੱਚ ਪੁੱਤਰ ਪੈਦਾ ਹੋਵੇ ਕਿੰਨੀ ਅਚਰਜ ਖੁਸ਼ੀ ਹੁੰਦੀ ਹੈ। ਤੇ ਜਿਸ ਘਰ ਦੇ ਵਿੱਚ 33, 35 ਜਾਂ ਇਸ ਲਗਭਗ 3.5 ਦਹਾਕਿਆਂ ਬਾਅਦ ਪੁੱਤਰ ਪੈਦਾ ਹੋਇਆ, ਪਰ ਗੁਰੂ ਤੇਗ ਬਹਾਦਰ ਸਾਹਿਬ ਉਸ ਸਮੇਂ ਢਾਕੇ ਵਿੱਚ ਸੀ ਤੇ ਜੋ ਕਾਰਜ ਗੁਰੂ ਨੇ ਕਰਨੇ ਨੇ ਪਰਉਪਕਾਰ ਦੇ ਉਹ ਕਰਦੇ ਰਹੇ। ਤੇ 3.5 ਸਾਲ ਬਾਅਦ ਗੁਰੂ ਸਾਹਿਬ ਪਟਨਾ ਸਾਹਿਬ ਆਉਂਦੇ ਨੇ ਤੇ ਆ ਕੇ ਆਪਣੇ ਬਾਲਕ ਗੋਬਿੰਦ ਰਾਏ ਦਾ ਦੀਦਾਰ ਕਰਦੇ ਨੇ। ਇਹ ਸਤਿਗੁਰੂ ਜੀ ਦਾ ਤਿਆਗ ਹੈ। ਇਹ ਇੱਥੇ ਰੋਕ ਕੇ ਤੇ ਇੱਥੋਂ ਸ਼ੁਰੂ ਕਰਨਾ। ਤੇ ਹਾਂਜੀ ਡਾਕਟਰ ਕਿਰਪਾਲ ਸਿੰਘ ਜੀ, ਆਪ ਜੀ ਕੋਈ ਚਾਨਣ ਪਾਓ ਜੀ। ਹਾਂਜੀ ਬਰਸਦੇ ਗੁਰੂ ਗੋਬਿੰਦ ਸਿੰਘ ਜੀ ਦੇ। ਆਵਾਜ਼ ਬੰਦ ਹੈ ਆਪ ਜੀ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। 10ਵੇਂ ਪਾਤਸ਼ਾਹ ਦਾ ਜੀਵਨ ਜਿਹੜਾ ਇੱਕ ਬੜੀ ਅਮਰ ਕਹਾਣੀ ਹੈ। ਹਾਂਜੀ, ਉਹਨਾਂ ਦਾ ਜੀਵਨ ਜਿਹੜਾ ਸਾਨੂੰ ਇੰਨੀਆਂ ਸੇਧਾਂ ਬਖਸ਼ਦਾ ਜੇ ਅਸੀਂ ਉਹਨਾਂ ਨੂੰ ਧਿਆਨ ਨਾਲ ਵਿਚਾਰ ਕਰੀਏ ਕਿ ਬਈ ਕਿਵੇਂ ਆਪਣਾ ਸਾਰਾ ਜਿਹੜਾ ਸਰਬੰਸ ਦਾਨ ਕਰ ਦਿੱਤਾ। ਕਾਹਦੇ ਲਈ? ਇਸ ਕਰਕੇ ਕਿ ਜਿਹੜਾ ਬਰੋਬਰਤਾ ਦਾ ਸੰਦੇਸ਼ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤਾ ਸੀ, ਬਾਕੀ ਪਾਤਸ਼ਾਹੀਆਂ ਦੇ ਵਿੱਚ ਹੁੰਦਾ ਹੋਇਆ ਉਹ ਗੁਰੂ ਅਰਜਨ ਦੇਵ ਜੀ ਨੇ ਤਖਤ ਦੀ ਆਪਣੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣੇ ਸੰਪਾਦਨਾ ਕੀਤੀ ਤੇ ਗਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੇ ਲਈ ਕੁਰਬਾਨੀ ਦਿੱਤੀ ਤੇ ਉਸੇ ਨੂੰ ਅੱਗੇ ਵਧਾਉਣ ਦੇ ਲਈ ਸੱਚੇ ਪਾਤਸ਼ਾਹ ਨੇ ਜਦੋਂ ਕਿ ਜਿਹੜੇ ਰਾਜੇ ਸੀ, ਹਿੰਦੂ ਰਾਜੇ ਸੀ, ਉਹਨਾਂ ਨੇ ਬੜੀ ਵਿਰੋਧਤਾ ਕੀਤੀ ਵੀ ਸਾਨੂੰ ਤੁਸੀਂ ਅੰਮ੍ਰਿਤ ਛਕਾਓ ਤਾਂ ਅਲੱਗ ਬਾਟੇ 'ਚ ਛਕਾਓ। ਉਹਨਾਂ ਨੇ ਜਵਾਬ ਦੇ ਦਿੱਤਾ। ਉਹਨਾਂ ਨੇ ਖਾਲਸਾ ਐਸਟੈਬਲਿਸ਼ ਕੀਤਾ ਕਿ ਪਰਮਾਨੈਂਟ ਤੌਰ ਤੇ ਲੋਕਾਂ ਦੇ ਜਿਹੜੇ ਸਾਡੇ ਹਿਊਮਨ ਰਾਈਟਸ ਨੇ ਉਹ ਕਾਇਮ ਦਾਇਮ ਰੱਖ ਸਕਣ। ਤੇ ਫਿਰ ਸਾਨੂੰ ਉਹਨਾਂ ਨੇ ਨਾਲ ਉਪਦੇਸ਼ ਵੀ ਦਿੱਤੇ ਕਿ ਵੀ ਇਹ ਜਿਹੜਾ ਖਾਲਸਾ ਮੇਰਾ ਰੂਪ ਉਹ ਖਾਸ ਹੈ, ਇਹ ਆਤਮਾ ਮੇਰੀ ਗੁਰੂ ਗ੍ਰੰਥ ਸਾਹਿਬ ਹੈ ਤੇ ਖਾਲਸਾ ਜਿਹੜਾ ਮੇਰਾ ਉਹ ਸਰੀਰ ਹੈ। ਤੇ ਇਹ ਖਾਲਸੇ ਦੀ ਜਿਹੜੀ ਪਰਮਾਨੈਂਟ ਡਿਊਟੀ ਹੈ ਉਹ ਹੈ ਖਾਲਸਾ ਨਿਰਧਨ ਕੋ ਪਾਲੈ, ਖਾਲਸਾ ਦੁਸ਼ ਕੋ ਗਾਲੈ। ਸੋ ਇਹੋ ਜਿਹੇ ਉਪਦੇਸ਼ ਮੈਨੂੰ ਬਹੁਤ ਇੰਪ੍ਰੈਸ ਕਰਦੇ ਨੇ ਤੇ ਮੈਨੂੰ ਇਹਨਾਂ ਤੋਂ ਸਬਕ ਮਿਲਦਾ ਹੈ ਕਿ ਵੀ ਜੋ ਜਦੋ ਜਹਿਦ ਸਾਡੇ ਯੂਨਾਈਟਿਡ ਨੇਸ਼ਨ ਨੇ ਜਾਂ ਬਾਕੀ ਲੋਕਾਂ ਨੇ ਹੁਣ ਸ਼ੁਰੂ ਕੀਤੀ ਹੈ, ਉਹ ਗੁਰੂ ਨਾਨਕ ਸਾਹਿਬ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਜੀਵਨਾਂ ਦੇ ਵਿੱਚ ਕਿੰਨੇ 100 ਸਾਲ ਪਹਿਲਾਂ ਸ਼ੁਰੂ ਕੀਤੀ ਹੋਈ ਹੈ। ਹਾਂਜੀ, ਤੇ ਸਾਨੂੰ ਉਸ ਨੂੰ ਵਿਚਾਰ ਕੇ ਉਸ ਤੋਂ ਅਗਾਂਹ ਮਹਾਰਾਜ ਦੇ ਜਿਹੜੇ ਉਪਦੇਸ਼ ਨੇ ਉਹਨਾਂ ਨੂੰ ਕਮਾਉਣ ਦੀ ਲੋੜ ਹੈ। ਬਸ ਇੰਨੀ ਸ਼ਬਦ ਪ੍ਰਵਾਨ ਕਰਨਾ। ਹਾਂਜੀ ਹਾਂਜੀ ਭਾਈ ਸੁਖਦੀਪ ਸਿੰਘ ਜੀ, ਆਪ ਜੀ ਵਿਚਾਰ ਰੱਖੋ ਕੋਈ ਆਪਣੀ। गुरु गोविंद सिंह जी बारे कवि एक लिखता है, करतार की सुगंध है, अल्लाह की कसम है, जितनी भी हो तारीफ वो गुरु गोबिंद सिंह की कम है। उन्हां दी बाबत असीं तारीफ बड़े सीमत साडे कोल शब्द ने, क्योंकि उन्हां दे जो दान है सानू करना, सानू सिੱਖੀ बख्शिश करनी है, कोई सब तो ਵੱਡੀ ਚੀਜ਼ ਹੈ। ਤੇ ਜੋ ਉਹਨਾਂ ਦੇ ਛੋਟੀ ਉਮਰ ਤੋਂ ਹੀ ਉਹਨਾਂ ਦੇ ਜੀਵਨ ਤੋਂ ਸੇਧ ਮਿਲਦੀ ਹੈ, ਜਿਸ ਤਰ੍ਹਾਂ ਉਹਨਾਂ ਨੂੰ ਕੰਗਣ ਭੇਟਾ ਕੀਤਾ ਸੀ ਉਹਨਾਂ ਦੀ ਮਾਤਾ ਨੇ ਤੇ ਉਹਨਾਂ ਨੇ ਉਸਦਾ ਪ੍ਰਵਾਹ ਨਹੀਂ ਕੀਤੀ ਸੀ। ਭਾਵ ਕਿ ਜਿੱਥੋਂ ਸਾਨੂੰ ਇਹ ਸਿੱਖਿਆ ਮਿਲਦੀ ਸੀ ਉਹ ਮਾਇਆ ਦੀ ਖਿੱਚ ਤੋਂ ਦੂਰ ਸਨ, ਕਿ ਮਾਇਆ ਦਾ ਪ੍ਰਭਾਵ ਨਹੀਂ ਸੀ ਜੋ ਸਾਨੂੰ ਸਿਧਾਂਤ। ਜਦੋਂ ਫਿਰ ਬਾਅਦ ਵਿੱਚ ਬਾਦਸ਼ਾਹ ਵੀ ਉਹਨਾਂ ਨੂੰ ਹੀਰਾ ਭੇਟ ਕਰਦਾ ਹੈ ਤੇ ਉਹ ਉਹਨਾਂ ਦੀ ਪ੍ਰਵਾਹ ਨਹੀਂ ਕਰਦੇ। ਫਿਰ ਜੋ ਉਹਨਾਂ ਦੇ ਸਾਨੂੰ ਸਿਧਾਂਤਾਂ ਤੋਂ ਪਤਾ ਲੱਗਦਾ ਹੈ, ਜਿਹੜੀ ਮੈਂ ਅੱਗੇ ਗੱਲ ਕਰ ਰਿਹਾ ਸੀ, ਪੂਜਾ ਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ। ਇਹ ਤਿੰਨ ਚੀਜ਼ਾਂ ਜਿਹੜੀਆਂ ਸਾਨੂੰ ਕਮਾਉਣ ਲਈ ਉਹਨਾਂ ਨੇ ਮੁੱਖ ਦੱਸੀਆਂ। ਤੇ ਫਿਰ ਉਹਨਾਂ ਦੀ ਬਾਣੀ ਦੇ ਵਿੱਚੋਂ ਸਾਨੂੰ ਦੱਸਿਆ, ਕੋ ਬਤਾਨ ਕੋ ਪੂਜਤ ਹੈ, ਬਸ ਕੋ ਮਿਰਤਾਨ ਕੋ ਪੂਜਨ ਧਾਇਓ, ਕੂੜ ਕਿਰਿਆ ਉਰਜੋ ਸਭ ਹੀ ਜਗ ਸ੍ਰੀ, ਭਗਵਾਨ ਕੋ ਭੇਜਣਾ ਪਏ। ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ, ਹਰ ਬਿਨ ਹੋਰ ਨਾ ਪੂਜੋ, ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਏ। ਭਾਵ ਉਹ ਇੱਕ ਅਕਾਲ ਪੁਰਖ ਦੀ ਪਾਤ। ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਵੇਖੋ
ਇੱਕ ਪ੍ਰਸ਼ਨ ਆ ਰਿਹਾ ਸੀਗਾ ਕਿ ਉਹਨਾਂ ਮੁਸਲਮਾਨਾਂ ਨਾਲ ਵਿਰੋਧ ਸੀ, ਤੇ ਉੱਥੇ ਮੈਂ ਇਹ ਦੱਸਿਆ ਸੀ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜ਼ੁਲਮ ਤੇ ਜ਼ਾਲਮ ਦਾ ਨਾਸ਼ ਕੀਤਾ ਹੈ, ਨਾ ਕਿ ਕਿਸੇ ਧਰਮ ਦੇ ਨਾਲ। ਕਿਉਂਕਿ ਜੇਕਰ ਮੁਸਲਮਾਨ ਦੇ ਵਿੱਚ ਕੁਰਾਨ ਹੈ ਤੇ ਕੁਰਾਨ ਦੇ ਸਿਧਾਂਤਾਂ ਦੇ ਅਨੁਸਾਰ ਜੇਕਰ ਉਹ ਚੱਲ ਰਿਹਾ ਤੇ ਉਹ ਸੱਚਾ ਮੁਸਲਮਾਨ, ਜੇਕਰ ਸਿੱਖ ਹੈ ਸਿੱਖੀ ਸਿਧਾਂਤਾਂ ਦੇ ਅਨੁਸਾਰ ਚੱਲ ਰਿਹਾ ਤੇ ਸੱਚਾ ਸਿੱਖ ਹੈ, ਜੇਕਰ ਉਹ ਸਿਧਾਂਤਾਂ ਅਨੁਸਾਰ ਨਹੀਂ ਚੱਲਦਾ ਤੇ ਉਹ ਸੱਚਾ ਸਿੱਖ ਨਹੀਂ। ਇਸੇ ਤਰ੍ਹਾਂ ਉਸ ਵੇਲੇ ਮੁਸਲਮਾਨ ਕੁਰਾਨ ਦੀਆਂ ਕਸਮਾਂ ਖਾ ਉਸ ਅਨੁਸਾਰ ਨਹੀਂ ਚੱਲ ਰਿਹਾ ਸੀ ਉਹ। ਇਸ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇਹ ਦੱਸਿਆ ਕਿ ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜੀਓ। ਸਾਰੇ ਉਹ ਜ਼ੁਲਮ ਜ਼ਾਲਮ ਦਾ ਨਾਸ਼ ਕਰਦੇ ਹੋਏ ਜਿਹੜਾ ਖਾਲਸੇ ਪੰਥ ਦੀ ਸਿਰਜਣਾ ਦਾ ਮੁੱਖ ਸੀਗਾ, ਜਾਤ ਪਾਤ ਦਾ ਵਿਰੋਧ ਕਰਨਾ, ਤੇ ਸਾਰਿਆਂ ਨੂੰ ਇਹ ਕਿਹਾ ਸੀ, ਦੇਸ਼ ਦਿੱਤਾ ਸੀ। ਅਸੀਂ ਨਿਤਨੇਮ ਦੀ ਬਾਣੀ ਦੇ ਵਿੱਚ ਵੀ ਪੜ੍ਹਦੇ ਹਾਂ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਏ। ਆਪਾਂ ਤੁਹਾਡੇ ਕੋਲ ਦੁਬਾਰਾ ਆ ਰਹੇ ਹਾਂ, ਇੱਥੋਂ ਤੁਸੀਂ ਸ਼ੁਰੂਆਤ ਕਰਿਓ ਤੇ ਆਪਾਂ ਇਹ ਦੂਜੇ ਆਪਣੇ ਭਾਈ ਵਿਨੋਦ ਸਿੰਘ ਨੂੰ। ਹਾਂਜੀ ਭਾਈ ਵਿਨੋਦ ਸਿੰਘ ਜੀ, ਹਾਂਜੀ ਪਾਓ ਚਾਨਣ। ਗੁਰੂ ਪਿਆਰਿਓ, ਵਾਹਿਗੁਰੂ ਜੀ। ਹਾਂਜੀ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਆਪਾਂ ਇਹ ਵਿਚਾਰ ਕਰ ਰਹੇ ਹਾਂ। ਸਤਿਗੁਰੂ ਜੀ ਦਾ ਜੀਵਨ ਬੜਾ ਉੱਚਾ ਤੇ ਸੁੱਚਾ ਸੀ। ਹਾਂਜੀ, ਤੇ ਉਸ ਵੇਲੇ ਦੇ ਜਿਹੜੇ ਸਿੱਖ ਸਨ ਉਹਨਾਂ ਦਾ ਵੀ ਬੜਾ ਉੱਚਾ ਤੇ ਸੁੱਚਾ ਸੀ। ਹਾਂਜੀ, ਤੇ ਰਹਿਣੀ ਬਹਿਣੀ ਵਾਲੇ ਸਿੱਖ ਸਨ। ਤੇ ਗੁਰੂ ਸਾਹਿਬ ਜੀ ਨੇ ਜੋ ਉਸ ਵੇਲੇ ਉਪਦੇਸ਼ ਦਿੱਤਾ ਉਹਦੇ ਤੇ ਖਰੇ ਉਤਰੇ ਨੇ। ਮੈਂ ਗੁਰੂ ਸਾਹਿਬ ਜੀ ਬਾਰੇ ਇੰਨਾ ਹੀ ਕਹਾਂਗਾ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਹੱਕ ਤੇ ਸੱਚ ਲਈ ਲੜਨ ਵਾਸਤੇ ਵੀ ਕਿਹਾ। ਜਿਵੇਂ ਕਿ ਅੱਜ ਕਿਸਾਨ ਮੋਰਚੇ ਵਿੱਚ ਸਾਰੇ ਵੀਰ ਬੈਠੇ ਨੇ, ਮੈਂ ਇਸ ਗੱਲ ਨੂੰ, ਕਿਉਂਕਿ ਗੁਰੂ ਸਾਹਿਬ ਜੀ ਦਾ ਜੇ ਪ੍ਰਕਾਸ਼ ਪੁਰਬ ਦੂਰ ਹੈ ਤੇ ਸਾਡੀ ਪੂਰੀ ਸਿੱਖ ਕੌਮ, ਸਾਡੇ ਸਾਰੇ ਜਿਹੜੇ ਸਿੱਖ ਕੌਮ ਦਾ ਪੂਰਾ ਜਿਹੜਾ ਫੋਕਸ ਹੈ ਇਸ ਵੇਲੇ ਕਿਸਾਨ ਮੋਰਚੇ ਤੇ ਹੈ। ਹਾਂਜੀ, ਤੇ ਗੁਰੂ ਸਾਹਿਬ ਜੀ ਨੇ ਇਹੀ ਉਪਦੇਸ਼ ਦਿੱਤਾ ਕਿ ਜੁਰਮ ਕਰਨਾ ਤੇ ਸਹਿਣਾ ਦੋਵੇਂ ਜਿਹੜੇ ਨੇ ਜੁਰਮ ਨੇ। ਹਾਂਜੀ, ਤੇ ਹਾਂਜੀ ਭਾਈ ਸਾਹਿਬ ਜੀ, ਗੁਰਜੀਤ ਸਿੰਘ ਜੀ ਕੁਝ। ਹਾਂਜੀ ਭਾਈ ਸਾਹਿਬ। ਨਹੀਂ ਮੈਂ ਆਪਣਾ ਦੇਖ ਰਿਹਾ ਸੀ, ਤੁਸੀਂ ਬੋਲੋ। ਹਾਂਜੀ ਠੀਕ ਹੈ। ਹਾਂਜੀ, ਤੇ ਗੁਰੂ ਸਾਹਿਬ ਜੀ ਨੇ ਜੋ ਉਪਦੇਸ਼ ਦਿੱਤਾ ਹੈ ਉਹ ਸਾਨੂੰ ਅੱਜ ਵੀ ਜਿਹੜਾ ਸਾਨੂੰ ਦੇਖਣ ਨੂੰ ਮਿਲ ਰਿਹਾ ਕਿਸਾਨ ਮੋਰਚੇ ਤੇ, ਉਹ ਬੜੇ ਫਰੇਮ ਦੇ ਵਿੱਚ ਭਿੱਜ ਕੇ ਬੈਠੇ ਹੋਏ ਨੇ ਸਾਰੇ। ਤੇ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਿਆਦਾ ਚਲਾਈ ਸੀ, ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਉਹ ਅੱਜ ਵੀ ਉੱਥੇ ਵੇਖਣ ਨੂੰ ਮਿਲ ਰਹੀ ਹੈ। ਤੇ ਉਹ ਸਮਾਂ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕਿਹਾ ਸੀ, ਬਈ ਸਿਆਮ ਦਿਆਮ ਤੇ ਦੰਡ ਭੇਦ, ਇਹ ਚਾਰ ਚੀਜ਼ਾਂ ਯੂਜ਼ ਕਰਨ ਤੋਂ ਬਾਅਦ ਹਥਿਆਰ ਚੁੱਕਣਾ ਲਾਜ਼ਮੀ ਹੈ। ਤੇ ਉਹ ਸਮਾਂ ਅੱਜ ਸਾਨੂੰ ਦੇਖਣ ਨੂੰ ਮਿਲ ਰਿਹਾ ਕਿਸਾਨ ਮੋਰਚੇ ਤੇ। ਇਹਨੂੰ ਹਰ ਤਰੀਕੇ ਨਾਲ ਜਿਹੜਾ ਹੈ, ਜਿਹੜੇ ਇੰਡੀਆ ਦੀ ਜਿਹੜੀ ਸਰਕਾਰ ਹੈ, ਇੱਥੇ ਜਿਹੜੇ ਨੁਮਾਇੰਦੇ ਨੇ, ਉਹ ਇਹਨੂੰ ਹਰ ਤਰੀਕੇ ਹਰ ਪੱਖੋਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਗੁਰੂ ਦੀ ਕਿਰਪਾ ਦੇਖੋ, ਇਸ ਮੋਰਚੇ ਵਿੱਚ ਸਤਿਗੁਰੂ ਆਪ ਅੰਗ ਸੰਸਾਈ ਨੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪ ਉੱਥੇ ਪੂਰਾ ਪੈਰਾ ਹੈ ਸਿੱਖ ਕੌਮ ਤੇ, ਜਿੱਥੇ ਆਪਾਂ ਧਰਨੇ ਤੇ ਬੈਠੇ ਹੋਏ ਆ। ਉੱਥੇ ਸਾਰਾ ਕੁਝ, ਹਰ ਕਿਸਮ ਦਾ ਸਿੰਘ ਤੁਹਾਨੂੰ ਮਿਲੇਗਾ। ਉਹ ਜਿਹੜਾ ਹੈ ਨਾਮ ਜਪਣ ਵਾਲਾ ਕੀਰਤੀ ਸਿੰਘ ਵੀ ਮਿਲੇਗਾ, ਤੇ ਕਿਰਤ ਕਰਨੇ ਵਾਲਾ ਜਿਹੜਾ ਵੰਡ ਛਕਣ ਵਾਲਾ ਹੈ ਉਹ ਵੀ ਮਿਲੇਗਾ, ਤੇ ਰਣ ਵਿੱਚ ਜੂਝਣ ਵਾਲਾ ਸਿੰਘ ਵੀ ਮਿਲੇਗਾ। ਤੇ ਇਹ ਗੁਰੂ ਪਾਤਸ਼ਾਹ ਜੀ ਨੇ ਜਿਹੜੇ ਉਪਦੇਸ਼ ਦਿੱਤੇ ਸੀ, ਤੇ ਅੱਜ ਵੀ ਸਾਡੇ ਵਿੱਚ ਉਹ ਜਿਹੜਾ ਸਤਿਗੁਰੂ ਜੀ ਦਾ ਉਪਦੇਸ਼ ਹੈ ਉਹ ਮੌਜੂਦ ਹੈ। ਤੇ ਸਤਿਗੁਰੂ ਜੀ ਦਾ ਸਭ ਤੋਂ ਪਾਵਨ ਬਚਨ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹਾਂਜੀ ਭਾਈ ਸਾਹਿਬ, ਤੁਹਾਡੇ ਕੋਲ ਆ ਰਹੇ, ਦੁਬਾਰਾ ਆਵਾਂਗੇ ਤੁਹਾਡੇ ਕੋਲ ਦੁਬਾਰਾ ਆਵਾਂਗੇ। ਤੇ ਹਾਂਜੀ ਹਾਂਜੀ उत्तम मात्रे जी, हाँ जी आप जी का स्वागत है। हाँ नमस्ते जी, वाहिगुरु जी की विचार खालसा रखिए वाहिगुरु गुरु गोविंद सिंह जी के बारे में कुछ। हाँ जी, गुरु गोविंद सिंह ने जो खालसा पंथ की जो स्थापना किया था, उसके अंदर उन्होंने बहुत सोच समझ के इसमें ये किया। एक्चुअली वो तो काव्यकार थे, लेकिन उन्होंने खालसा पंथ की जो स्थापना करके
उसके एक जो मतलब जो उन्होंने उसके अंदर जो बंधन डाला था, मतलब एक उन्होंने एक टारगेट किया था कि हम लोगों को ये करना है, ये करना चाहिए, तो बहुत उन्होंने सोच समझ के किया था। और कुछ लोगों के लिए उसमें ना आने के लिए भी उन्होंने उसके ऊपर एक ये लगाया था, मतलब कि जिसको खालसा पंथ में नहीं आना है तो उसके लिए भी उन्होंने एक सिस्टम बनाई थी। तो उसमें जो एक सिस्टम किया था तो उसको रहतनामा बोलते थे वो लोग। हाँ जी। तो उसमें क्या किया था कि 5 कक्के 5 काकर ऐसा बोला था उन्होंने। और उसमें केश, कंगा, कच, कड़ा, कृपान, और ये गुरुजी ने जो बताया था, और गुरु मानियो ग्रंथ, ये उन्होंने सबसे एक अच्छा शिक्षा दिया था। और आज मतलब उन्होंने जो उस टाइम में जो शिक्षा दी, आज कम से कम 300-400 साल वही शिक्षा का धर्माचरण हो रहा है, धर्म पाल रहे लोग। ये गुरु गोविंद सिंह की बहुत बड़ी ये किया है उन्होंने कि जो समाज के अंदर एक अलग से उसमें आना चाहिए, जैसा उन्होंने लिखा था उसके अंदर खालसा पंथ के अंदर। तो उन्होंने जो उसके अंदर एक आचार संहिता बनाई थी उसके अंदर कि एक सिख ने कैसा होना चाहिए, हर सिख तलवार चलाने में इसमें पारंगत होना चाहिए, मतलब उसको कला आनी चाहिए। और उसके अंग में जो है वो पहले जो धर्म था उनका, वो धर्म के अंदर के नहीं है, लेकिन किसी भी तीर्थ क्षेत्र का और किसी का अनादर नहीं करना चाहिए, सबको आदर भाव से देखने के लिए उन्होंने जो सिखाया, ये सबसे बड़ा कलम है उनका। मतलब उन्होंने उनके जीवनी के अंदर और अपने को जो शिक्षा दिया है वो बहुत बड़ा इन्होंने ये किया था कि जो ऋषि महामुनि अपने जो साधु महात्मा थे उनके उन्होंने उनका भी आप अनादर नहीं करना है, आदर करो, ये जो शिक्षा दिया है। और ये बहुत बड़ी उन्होंने हम लोगों को एक अच्छा सीख दिया है इसके अंदर, ऐसा मेरा कहना है कि जो मैंने पढ़ा है उनके बारे में। तो मतलब एक्चुअली उन्होंने जब औरंगजेब के साथ जो लड़ाई की, उसके बाद अजीत सिंह जी उनका बलिदान हो गया उसमें, फिर उसके बाद उन्होंने जो लोगों को जो सिखाया, तो ये काफी उसमें अंदर हम लोग अभी। हाँ जी, हम आपके पास दोबारा आ रहे हैं, आप यहीं से शुरू कीजिएगा। हम लोगों को यही मैं। हाँ जी मातरी जी, हम आपके पास दोबारा आते हैं, अपने जो हमारे साथ में जुड़े हैं। हाँ जी, जय श्री राम जी। हेलो जी, सत श्री अकाल जी। सत श्री अकाल जी। हाँ जी, अपने विचार रखो जी अपने। बहुत अच्छा जी। कमलजीत सिंह जी, ਤੁਹਾਨੂੰ ਬਹੁਤ ਸਤਿ ਸ੍ਰੀ ਅਕਾਲ। ਔਰ ਜੋ ਸਾਡੀ ਟੀਮ ਦੇ ਵਿੱਚ ਇਸ ਵੇਲੇ ਸਾਰੇ ਜਿਹੜੇ ਜੁੜੇ ਹਨ, ਉਹਨਾਂ ਦੇ ਵਿੱਚ ਬੜੇ ਬੜੇ ਕਵੀ ਹਨ, ਵਿਦਵਾਨ, ਪੜ੍ਹੇ ਲਿਖੇ, ਤੇ ਮੈਂ ਸਾਰਿਆਂ ਨੂੰ ਸਾਹਿਬ ਸਤਿਗੁਰੂ 10ਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਬਹੁਤ ਵਧਾਈ ਦਿੰਦਾ। ਲੱਖ ਲੱਖ ਵਧਾਈ। ਜਾਂ ਫਿਰ ਇੱਕ ਜਣੇ ਨੂੰ ਆਪਾਂ ਮੈਂ ਹੁਣ ਸਾਇਲੈਂਟ ਕੀਤੀ ਤੁਹਾਡੇ ਦੀ ਸੁਣ ਰਿਹਾ। प्लीज गल कर रहा, कोई गल ना करो। हाँ जी हाँ जी, जय श्री राम जी। हाँ जी, मैं ठीक है जी, करिए गल जी। हाँ जी हाँ जी, करो करो। हाँ जी, बहुत अच्छा। कमलजीत सिंह जी, मैं सब तो पहला तुहानू सारिਆਂ ਨੂੰ मैं प्रणाम किया। ते गल इदां भाई, दुनिया ते पैगंबर जिस वेले आउंदे आ ना, ऋषि मुनि ਉਹਨਾਂ ਨੂੰ बड़े बड़े प्रॉफिट कहते हैं, जिस तरह के जीसस जी आए आ, प्रॉफिट मुहम्मद आए आ, इसे तरह गुरु नानक पातशाह तो लैके 10वें पातशाह तक एक जोत चलती गई। हाँ जी, 1 2 3 4 5 6 7 8 9 10। जो 10वीं जोत सी साहब सतगुरु गोबिंद सिंह जी महाराज जिन्हां दा प्रकाश दिहाड़ा आ रहा, उन्हां वास्ते जे तुसी कहो को गल करनी तो मेरे को तो लफ्ज ही है नहीं। वो एडी वड्डी शक्ति। ठीक है जी। जिन्हां ने ये कहा कि करता करीम सोई राज रहीम ओही,
दूसरो न भेद कोई भूल भरम मानबो, एक ही की सेव सब ही को गुरुदेव एक, एक ही स्वरूप सब एक जोत जानबो। और कहते हैं वे मुहम्मद साहब दे विच भी ओहदा रूप आ, जीसस क्राइस्ट विच भी ओहदा रूप आ, गुरु नानक पातशाह विच भी ओहदा रूप आ, महापुरुषां पैगंबरां दे विच खुदा दा रूप है सारा। ते मैं तुहानू कुछ 10वें पातशाह दे संबंध दे विच कोई 5-4 लाइनां भी लिखियां, मैं तुहानू वो भी सुनावांगा जे तुसी आग्ञा देवो तां। हाँ जी, शॉर्टकट विच रखना क्योंकि अपने नाल बंदे ज्यादा जुड़े हुए ने तो सारे नूं अपना टाइम भी देना है, तो ये भी आपां ध्यान रखना है। हाँ जी, देखो कमलजीत सिंह की हुकूमत औरंगजेब दी सी, उस वेले मुगलों की हुकूमत सी। हाँ जी, इस वेले तां साडी अपनी हुकूमत ते ओह दूसरी बाहरली हुकूमत तो नहीं डरे, जो उन्होंने कहना सी क्या उन्होंने कि तू साथे जुल्म कर रहा, तू साथे तशद्दुद ढा रहा, उन्होंने ओपनली कहा। ते कमलजीत सिंह जी मैं कुछ लाइनां लिखियां 10वें पातशाह दे और तुहाडी खिदमत में तुहाडे हाजिर है। की कहंदियां कि विच सख्त हुकूमत मुगलां दे कोई नाम जपाउंदा सिੱਖੀ दा। वाह। हाँ जी, विच सख्त हुकूमत औरंगजेब दे औरंगजेब कह रहा भी मेरे राज के अंदर कोई सिੱਖੀ दा नाम ले रहा। हाँ जी, मेरा राज है, इस्लाम प्रभाव है, ये कौन है बंदा? विच सख्त हुकूमत मुगलां दे कोई नाम जपाउंदा सिੱਖੀ दा, ओनू भै ना आवे मौत कोलों सूरा तेग बहादुर तिखी दा। ओदे शाही तख्त विछाउणे ने ते शस्त्र खेड खिडाउणे ने। वो कहंदे सी 10वें पातशाह कहंदे सी जे मेरे कोल आउणा ना घोड़े लैके आउणे ते शस्त्र लैके आउणे। हां जी, ओदे शाही तख्त विछाउणे ने ते शस्त्र खेड खिडाउणे ने, ओदी भेटा हाथी घोड़ियां दी ते दंड इराकी घोड़ियां दी। वाह जी वाह। हाँ जी, मेरे राज नूं खतरा बन चलिया, एदा लभ लो हुणे इलाज कोई, ए बूटा उग पिया सिੱਖੀ दा बन जाना बड़ा दरख्त कोई। वाह जी वाह, क्या बात। इस तो आगे जी इन्ने पूरी आनंद वसा लईए, विच बैठ कचहरी ला लईए, इन्हें पूरी आनंद वसा लईए, विच बैठ कचहरी ला लईए, एदे हुक्म तमील याफ्त ने, मेरे साम्राज दे याफ्त ने, मेरे वास्ते याफ्त खड़ी हो जी। उस तो अगे जी एदे ते हल्ला बोल दिओ, इन्हें हथ मुगलां नूं पा लिया है, फिर मगरों रुकिया रुकना ना, जदों कंधी वैन नूं ढा लिया है। पुत तेग बहादुर सूरे ने अज मन विच मता बना लिया है, एदी बिरथी कदे ना जानी है, दर नानक ते अरदास होई, ए मौका हथों लंघ चलिया, एदा लभ लो हुणे इलाज कोई, एदा लभ लो हुणे इलाज कोई। मैं तुहानू समर्पित कर ते तुहानू बहुत बहुत जी आयां, सारिਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ अच्छी विचार, बड़ी अच्छी कविता तुसीं पढ़ी ते बड़ा सोहना तुसीं संदेश दिता। ते आपां भाई हरदीप सिंह जी, हाँ जी भाई साहब जी, आप जी हिंदी बोल लेंदे हो ते प्लीज सारे पंजाबी बोल लें, ते ये चैनल नाल सारे ही मतलब जुड़े हुए ने, ते मैं आपसे निवेदन करूंगा कि आप मतलब क्योंकि मानव ये वॉइस ऑफ मानवता का चैनल है ना, सबके हमने सबके साथ जुड़ना है, तो आप एक मैसेज ऐसा दीजिए, पीर बुद्धू शाह की वीरमर्ता वाली कुर्बानी, लोगों को पता चले कि खाली मुगल राज नहीं था जो सिखों के खिलाफ था या मानवता के खिलाफ था, ये मतलब पीर बुद्धू शाह की कुर्बानी के बारे में आप कुछ जान पाए, लोगों को पता चले प्लीज। बहुत खुशी हुई है कि हमारे साथ सिख भाइयों के साथ साथ मांद्रे जी और जोशी राम जी जुड़े हुए हैं। इनका वेलकम भी है और इनका थैंक्स भी करता हूं। और बहुत खुशी है कि जो दूसरी कम्युनिटी से ताल्लुक़ रखते हैं और गुरुओं की हिस्ट्री के बारे में ये पढ़ते हैं और अपने विचार दिए हैं, बहुत अच्छे आपने विचार दिए हैं। और बात चल रही है कि
मुगलों को ये पेश किया जा रहा है कि मुगल ही देश के दुश्मन थे और हैं और हमारे दुश्मन हैं। कल एक मैं वीडियो देख रहा था, वो आरएसएस का प्रचारक था और मेरे ख्याल से आज इस समय में कोई ऐसा नहीं इंसान है जिसको आरएसएस के बारे में पता ना हो। तो वो आरएसएस का जो प्रचारक था वो कह रहा था कि ये सिख जो है अब के, ये इतने भूल गए हैं कि मुगलों ने छोटे साहबजादे बाबा जोरावर सिंह और बाबा फतेह सिंह को दीवार में चिन के शहीद कर दिया था। वो ये कहने की कोशिश कर रहा था कि मुगल जो हैं, मुसलमान जो हैं, वो सिखों के दुश्मन हैं। ये पूरी उनकी कोशिश रहती है शुरू से और अब भी कंटिन्यू वो कर रहे हैं। वो जैसे पहले पॉलिटिकल लोग जो हैं वो ये हिंदू मुस्लिम करते हैं, और जो आरएसएस वाले हैं वो मुस्लिम सिख बना रहे हैं इस हर एक बात को। और पीर बुद्धू शाह की भाई कमलजीत सिंह ने हमें बोला है कि जो पीर बुद्धू शाह हुए हैं, पीर बुद्धू शाह जी ने अपनी फैमिली के मेंबर, अपने पुत्र जो वो गुरु गोबिंद सिंह के साथ देने के लिए शहीद करवाएं। पीर बुद्धू शाह ने गुरु गोबिंद सिंह जी का साथ दिया और वो मुसलमान था। और बहुत सारे ऐसे मुसलमान हैं। एक बहुत बड़ी सेवा जो मुसलमान भाइयों ने की है, ये आरएसएस वाले जो हैं ये सिखों को मुसलमानों का दुश्मन बनाने की कोशिश कर रहे हैं। लेकिन हमारे जो गुरु नानक से लेके गुरु गोबिंद सिंह तक जो गुरु हैं और अब तक जो हमारे प्रचारक हैं, वो ये बताते हैं कि गुरुओं की जो लड़ाई थी वो हक और सच के आधार पर थी। वो ना तो मुगलों के मुसलमानों के दुश्मन हैं, ना ईसाइयों के दुश्मन हैं, ना ही हिंदुओं के दुश्मन हैं। और मैं ये कहना चाहता हूँ कि मेरे ख्याल पहले जो मुगल साम्राज्य था, मुगल साम्राज्य में हिंदुओं पर अत्याचार हो रहा था। तो उस समय गुरु गोबिंद सिंह साहब ने या गुरु नानक देव ने सभी ने जुल्म के खिलाफ आवाज उठाई है। तो हम ये सोचें कि अगर उस समय में मुगलों के साम्राज्य की जगह हिंदुओं का साम्राज्य होता तो तब भी गुरु ऐसे ही करते, ऐसे ही हक सच के लिए आवाज उठाते और उनके खिलाफ लड़ते। गुरु जो है वो किसी धर्म के खिलाफ नहीं है, गुरु किसी कम्युनिटी के खिलाफ नहीं है, वो जुल्म के खिलाफ है। चाहे जुल्म मुसलमान करता हो, चाहे जुल्म ईसाई करता हो, चाहे जुल्म हिंदू करता हो, हमारे गुरु और हम जुल्म के और अत्याचार के खिलाफ हैं जो गरीबों के ऊपर किया जाता है। और अभी देखो जो फार्मर एजुकेशन चल रहा है, इसमें भी जो बाकी स्टेट्स वाले लोग हैं, जो बिहार के हैं या मध्य प्रदेश के हैं, उनको तो दबा लिया था ये लोगों ने। तो ये गुरुओं की देन है कि अभी पंजाब से जो आवाज उठी है पूरे वर्ल्ड में ये पहुंच गई है, क्योंकि गुरुओं ने जुल्म के खिलाफ आवाज उठाई थी। इसलिए गुरु के जो बच्चे हैं, गुरु की शिक्षा के ऊपर चलने वाले हैं, गुरु के रास्ते पे चलने वाले हैं, वो समा कोई भी हो, हुकूमत कोई भी हो, वो ऐसे ही आवाज उठाते रहे हैं और उठाते रहेंगे सबके लिए। हाँ जी अदीप सिंह जी, हम आपके पास दोबारा आते हैं। हाँ जी भाई गुरजीत सिंह जी, आप जी जहाँ से अपने मतलब इतिहास छोड़ा था, आप प्लीज वहाँ से शुरू कीजिए। और टाइम बहुत थोड़ा है अब, क्योंकि ज्यादा लोग हैं, तो प्लीज शॉर्टकट में थोड़ा ना आप जी प्लीज। हाँ जी गुरु गोबिंद सिंह साहब का इतिहास ਆਪਾਂ कर रहे हैं। पटना साहब की पावन धरती से ਜਦੋਂ महाराज के पातशाह का प्रकाश ਹੁੰਦਾ तो सिख संगठन की कुटियां ने पटना निवासी गुरु साहब गुरु तेग बहादुर साहब के पुत्र के दर्शन करने वास्ते आउंदे ने। उन्हां विच हिंदू भी ने, मुसलमान भी ने, हर तरह के लोग ने जिहड़े गोबिंद राय पातशाह का दर्शन दीदार करन आउंदे ने। हुणे ही अपने सारे जिहड़े पैनलिस्ट हैगे ने मेरे साथी, उन्हां सारिਆਂ ने दिल्ली संघर्ष की गल कीती है
ਮੁਸਲਮਾਨ ਭਰਾਵਾਂ ਦੀ ਗੱਲ ਕੀਤੀ ਹੈ, ਤੇ ਮੈਂ ਇਤਿਹਾਸ ਵਿੱਚੋਂ ਹੀ ਬੇਨਤੀ ਕਰਨੀ ਚਾਹੁੰਦਾ ਵੀ ਪਟਨਾ ਸਾਹਿਬ ਦੀ ਧਰਤੀ ਤੇ ਅੱਜ ਵੀ ਇੱਕ ਬਾਗ ਹੈ ਜਿਹਨੂੰ ਗੁਰੂ ਕਾ ਬਾਗ ਕਹਿੰਦੇ ਨੇ। ਉਹ ਜਨਮ ਸਥਾਨ ਜੋ ਪਟਨਾ ਸਾਹਿਬ ਹੈ ਉਹ ਗੁਰਦੁਆਰਾ ਸਾਹਿਬ ਦੇ ਨੇੜੇ ਹੀ ਆ, 2-3 ਮੀਲ ਤੇ ਹੀ ਆ। ਤੇ ਉਹ ਜਿਹੜਾ ਬਾਗ ਹੈ, ਇਤਿਹਾਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ 2 ਪਟਨਾ ਸਾਹਿਬ ਦੇ ਰਹਿਣ ਵਾਲੇ ਮੁਸਲਮਾਨ ਨੇ, ਰਹੀਮ ਬਖਸ਼ ਤੇ ਕਰੀਮ ਬਖਸ਼। ਉਹ ਗੁਰੂ ਪਾਤਸ਼ਾਹ ਦੇ ਪੁੱਤਰ ਗੋਬਿੰਦ ਰਾਏ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਵਾਸਤੇ ਆਉਂਦੇ ਨੇ ਤੇ ਦਰਸ਼ਨ ਦੀਦਾਰ ਕਰਕੇ ਨਿਹਾਲ ਹੁੰਦੇ ਨੇ। ਇੰਨਾ ਪਿਆਰ ਉਹਨਾਂ ਦੇ ਅੰਦਰ ਪੈਦਾ ਹੁੰਦਾ ਹੈ ਤੇ ਉਹ ਦਰਸ਼ਨ ਭੇਟ ਵਜੋਂ ਬੇਨਤੀ ਕਰਦੇ ਨੇ ਵੀ ਸਾਡੇ ਕੋਲ ਇੱਕ ਬਾਗ ਹੈ ਤੇ ਅਸੀਂ ਗੁਰੂ ਘਰ ਨੂੰ ਇਸ ਸਾਹਿਬਜ਼ਾਦੇ ਦਾ ਦਰਸ਼ਨ ਦੀਦਾਰ ਕੀਤਾ, ਸਾਡੇ ਅੰਦਰ ਪਿਆਰ ਪੈਦਾ ਹੋਇਆ ਤੇ ਅਸੀਂ ਇਹ ਭੇਟ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਉਹ ਬਾਗ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਭੇਟ ਤੌਰ ਤੇ ਉੱਥੇ ਭੇਟ ਕੀਤਾ, ਜਿਹੜਾ ਅੱਜ ਵੀ ਗੁਰੂ ਕਾ ਬਾਗ ਕਰਕੇ ਜਾਣਿਆ ਜਾਂਦਾ। ਦਰਅਸਲ ਗੱਲ ਇਹ ਹੈ ਵੀ ਭਾਵੇਂ ਕੋਈ ਮੁਸਲਮਾਨ ਹੈ, ਭਾਵੇਂ ਕੋਈ ਹਿੰਦੂ ਭਰਾ ਹੈ, ਹਿੰਦੂ ਜਿਹੜੀ ਕਮਿਊਨਿਟੀ ਹੈ ਉਹਨਾਂ ਵਿੱਚੋਂ ਅਸੀਂ ਪੰਡਿਤ ਸ਼ਿਵ ਦੱਤ ਦਾ ਜ਼ਿਕਰ ਇਤਿਹਾਸ ਵਿੱਚੋਂ ਪੜ੍ਹਦੇ ਹਾਂ। ਉਹ ਕੰਢੇ ਤੇ ਸਮਾਧੀ ਲਾ ਕੇ ਬੈਠਦਾ, ਉਹ ਰਾਮ ਦਾ ਭਗਤ ਸੀ। ਪਰ ਉਹ ਜਦੋਂ ਚੋਜੀ ਪ੍ਰੀਤਮ ਦਾ ਗੋਬਿੰਦ ਰਾਏ ਪਾਤਸ਼ਾਹ ਦਾ ਦਰਸ਼ਨ ਦੀਦਾਰ ਕਰਦਾ ਹੈ ਤੇ ਉਹ ਗੋਬਿੰਦ ਰਾਏ ਪਾਤਸ਼ਾਹ ਦਾ ਦਰਸ਼ਨ ਦੀਦਾਰ ਦਾ ਇੰਨਾ ਕੁ ਆਸ਼ਿਕ ਹੋ ਜਾਂਦਾ ਹੈ ਕਿ ਪਿਆਰ ਵਿਸਰ ਜਾਂਦੇ ਨੇ। ਉਹ ਗੋਬਿੰਦ ਰਾਏ ਪਾਤਸ਼ਾਹ ਦਾ ਹੀ ਪਿਆਰਾ ਬਣ ਜਾਂਦਾ ਹੈ, ਸੇਵਕ ਬਣ ਜਾਂਦਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਵੀ ਪਟਨਾ ਸਾਹਿਬ ਦੀ ਧਰਤੀ ਤੇ ਜਿੱਥੇ ਗੁਰੂ ਪਰਿਵਾਰ ਟਿਕਿਆ ਹੋਇਆ, ਜਿੱਥੇ ਅੱਜ ਪਟਨਾ ਸਾਹਿਬ ਸ਼੍ਰੀ ਹਰਿਮੰਦਰ ਸਾਡਾ ਤਖਤ ਹੈ, ਉੱਥੇ ਮੁਸਲਮਾਨ ਵੀ ਆਉਂਦੇ ਨੇ, ਉੱਥੇ ਹਿੰਦੂ ਵੀ ਆਉਂਦੇ ਨੇ, ਗੁਰੂ ਸਾਹਿਬ ਦਾ ਦਰਸ਼ਨ ਦੀਦਾਰ ਕਰਦੇ ਨੇ। ਅੱਜ ਕਿਸਾਨਾਂ ਦੇ ਸੰਘਰਸ਼ ਵਿੱਚ ਅਸੀਂ ਦੇਖ ਰਹੇ ਹਾਂ, ਭਾਵੇਂ ਪੰਜਾਬ ਨੇ ਸ਼ੁਰੂਆਤ ਕੀਤੀ ਹੈ, ਪਹਿਲ ਕੀਤੀ, ਹਰਿਆਣੇ ਵਾਲੇ ਭਰਾ ਨਾਲ ਆਏ, ਰਾਜਸਥਾਨ ਵਾਲੇ ਭਰਾ ਨਾਲ ਆਏ, ਯੂਪੀ ਵਾਲੇ, ਉੱਤਰਾਖੰਡ, ਸਾਰੇ ਭਰਾ ਜਿਹੜੇ ਨੇ ਰਲ ਮਿਲ ਕੇ ਤਾਮਿਲਨਾਡੂ ਤੱਕ, ਭਾਵ ਜਿੱਥੋਂ ਵੀ ਕਿਸਾਨ ਪਹੁੰਚ ਸਕਿਆ ਪਹੁੰਚਿਆ। ਉੱਥੇ ਮੁਸਲਮਾਨ ਭਰਾ ਵੀ ਪਹੁੰਚੇ ਨੇ। ਇੱਕ ਦਿਨ ਮੋਰਚੇ ਦੇ ਵਿੱਚ ਅਸੀਂ ਦੇਖ ਰਹੇ ਸੀ ਕਿ ਕੁਰਾਨ ਦੀ ਆਇਤ ਮੁਸਲਮਾਨ ਭਰਾ ਨੇ ਪੜ੍ਹੀ ਤੇ ਗੁਰੂ ਕੇ ਸਿੱਖ ਜਿਹੜੇ ਨੇ ਉਹਨੂੰ ਸ਼ਾਬਾਸ਼ ਦੇਣ ਵਾਸਤੇ ਜਕਾਰੇ ਛੱਡ ਕੇ ਮਾਨੋ ਵੀ ਸਵਾਗਤ ਕਰ ਰਹੇ ਨੇ, ਕਿਉਂਕਿ ਗੁਰੂ ਸਾਹਿਬ ਦਾ ਘਰ ਜਿਹੜਾ ਉਹ ਸਭੇ ਸਾਂਝੀਵਾਲ ਸੁਧਾਇਨ ਉਹ ਇਹਨਾਂ ਦੱਸਿਆ ਬਾਹਰ ਜੀਓ ਦੇ ਉਪਦੇਸ਼ ਤੇ ਚੱਲਦਾ ਕਿ ਏਕ ਪਿਤਾ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਪਹਿਲਾਂ ਵੀ ਵੀਰ ਜ਼ਿਕਰ ਕਰ ਰਹੇ ਸਨ ਕਿ ਗੁਰੂ ਸਾਹਿਬ ਦਾ ਤੇ ਇਹ ਉਪਦੇਸ਼ ਹੈ ਕਿ ਜਿਹੜਾ ਮੁਸਲਮਾਨ ਹੈ ਉਹ ਸੱਚਾ ਮੁਸਲਮਾਨ ਬਣੇ, ਹਿੰਦੂ ਜਿਹੜਾ ਉਹ ਸੱਚਾ ਮੁਸਲਮਾਨ ਬਣੇ, ਉਹਦੇ ਜੀਵਨ ਵਿੱਚ ਧਰਮ ਦੇ ਗੁਣ ਹੋਣ, ਮਨੁੱਖਤਾ ਲਈ ਪਿਆਰ ਹੋਵੇ, ਨਾ ਕਿ ਕਿਸੇ ਤਰ੍ਹਾਂ ਦੀ ਕੋਈ ਨਫ਼ਰਤ ਹੋਵੇ। ਤੇ ਇਸੇ ਤਰ੍ਹਾਂ ਸਾਰੇ ਰਲ ਮਿਲ ਕੇ ਆਪਣੇ ਸਭ ਤੋਂ ਮੁੱਢਲਾ ਫਰਜ਼ ਤੇ ਮਨੁੱਖਤਾ ਦਾ ਫਰਜ਼ ਹੈ ਤੇ ਉਸ ਫਰਜ਼ ਨੂੰ ਨਿਭਾਉਂਦਿਆਂ ਹੋਇਆਂ ਮਨੁੱਖ ਜਿਹੜਾ ਆਪਣਾ ਜਨਮ ਸਫਲ ਕਰੇ, ਆਪਣਾ ਪਰਿਵਾਰ, ਆਪਣਾ ਆਲਾ ਦੁਆਲਾ ਸਮਾਜ, ਉਹਦੇ ਵਿੱਚ ਰਲ ਮਿਲ ਕੇ ਪਿਆਰ ਨਾਲ ਰਹਿ ਕੇ ਤੇ ਇੱਕ ਚੰਗਾ ਸੰਦੇਸ਼ ਜਿਹੜਾ ਉਹ ਸਾਰੀ ਮਾਨਵਤਾ ਦੇ ਵਿੱਚ ਜਾ ਸਕੇ। ਇਹ ਤੇ ਧਰਮ ਹੈ ਜੋ ਗੁਰੂ ਨਾਨਕ ਦਾ, ਗੁਰੂ ਗੋਬਿੰਦ ਸਿੰਘ ਦੇ ਘਰ ਦਾ ਸੰਦੇਸ਼ ਹੈ। ਸੋ ਪਟਨਾ ਸਾਹਿਬ ਦੀ ਧਰਤੀ ਤੇ ਰਾਣੀ ਮੈਣੀ ਉਹ ਵੀ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਨੇ, ਪੰਡਿਤ ਸ਼ਿਵ ਦੱਤ ਉਹ ਵੀ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦੇ ਨੇ, ਰਹੀਮ ਬਖਸ਼ ਕਰੀਮ ਪਰਿਵਾਰ ਨਾਲ ਸੰਬੰਧ ਰੱਖਦੇ ਨੇ। ਪੀਰ ਬੁੱਧੂ ਸ਼ਾਹ ਦੀ ਗੱਲ ਹਰਦੀਪ ਸਿੰਘ ਹੋਣੀ ਕਰ ਰਹੇ ਸਨ, ਉਹ ਵੀ ਮੁਸਲਮਾਨ ਪਰਿਵਾਰ ਨਾਲ ਸੰਬੰਧ ਰੱਖਦੇ ਨੇ, ਪਰ ਗੁਰੂ ਚਰਨਾਂ ਦੇ ਵਿੱਚ ਉਹ ਆਪਣੇ ਪੁੱਤਰਾਂ ਨੂੰ ਕੁਰਬਾਨ ਕਰਦੇ ਨੇ। ਇਤਿਹਾਸ ਵਿੱਚੋਂ ਭੀਖਣ ਸ਼ਾਹ ਦਾ ਅਸੀਂ ਪੜ੍ਹਦੇ ਹਾਂ, ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਆਪਣੀ ਸ਼ਰਧਾ ਪ੍ਰਗਟ ਕਰਦਾ ਹੈ। ਜਦੋਂ ਅਸੀਂ ਪੁਰਾਤਨ ਕੁਝ ਇਤਿਹਾਸਕ ਲਿਖਤਾਂ ਪੜ੍ਹਦੇ ਹਾਂ ਤੇ ਉਹਨਾਂ ਲਿਖਿਆ ਵੀ ਉਹ ਪਟਨਾ ਸਾਹਿਬ ਪਹੁੰਚਿਆ
ਪਰ ਕੁਝ ਨਵੀਨ ਖੋਜ ਦੀਆਂ ਲਿਖਤਾਂ ਇੰਜ ਕਹਿੰਦੀਆਂ ਨੇ ਕਿ ਜਦੋਂ ਉਹ ਲਖਨਊ ਵਿੱਚ ਆਏ ਨੇ, ਹਰਿਆਣੇ ਵਿੱਚ ਜੋ ਅੱਜ ਸਥਾਨ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਨਕਿਆਂ ਦਾ ਨਗਰ ਹੈ। ਮਾਤਾ ਗੁਜਰੀ ਦੇ ਪੇਕੇ ਜਿਹੜੇ ਲਖਨੌਰ ਨੇ, ਉੱਥੋਂ ਉਹਨਾਂ ਦੇ ਪਿਤਾ ਲਾਲ ਚੰਦ ਕਰਤਾਰਪੁਰ ਸਾਹਿਬ ਜਾ ਕੇ ਵਸੇ ਸੀ, ਜਿੱਥੇ ਉਹਨਾਂ ਨੇ ਆਪਣੀ ਬੇਟੀ ਗੁਜਰੀ ਦਾ ਵਿਆਹ ਗੁਰੂ ਤੇਗ ਬਹਾਦਰ ਹਾਂਜੀ ਦੁਬਾਰਾ ਆਂਦੇ ਤੁਹਾਡੇ ਕੋਲ। ਹਾਂਜੀ ਡਾਕਟਰ ਕਿਰਪਾਲ ਸਿੰਘ ਜੀ। ਹਾਂਜੀ ਸੱਚੇ ਆਪ ਪਾਤਸ਼ਾਹ ਜੀ ਥੋੜਾ ਜਿਹਾ ਇਹ ਆਪਣੇ ਬੜੀ ਮਹਾਨ ਸੇਵਾ ਕੀਤੀ ਨਬੀ ਖਾਨ ਤੇ ਗਨੀ ਖਾਨ ਨੇ। ਹਾਂਜੀ ਤੇ ਉਹਦੇ ਬਾਰੇ ਥੋੜਾ ਜਿਹਾ ਚਾਨਣ ਪਾਓ ਪਲੀਜ਼। ਦੇਖੋ ਜੀ I will let ਆਪਣੇ ਗਿਆਨੀ ਜੀ ਗੁਰਜੀਤ ਸਿੰਘ ਉਹਨਾਂ ਨੂੰ, ਪਰ I want to add something else over here if you don't mind। ਉਹ ਇਹ ਆ ਕਿ ਕਮਲਜੀਤ ਸਿੰਘ ਜਿਹੜਾ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਸੀ ਨਾ, ਜਦੋਂ ਅਸੀਂ ਅਰਦਾਸ ਦੇ ਐਂਡ 'ਚ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਮਿਸ਼ਨ ਦੇ ਲਈ ਮਹਾਰਾਜ ਦੀਆਂ ਸਾਰੀਆਂ ਜਦੋਜਹਿਦ ਨੇ। ਇਸੇ ਮਿਸ਼ਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕੁਰਬਾਨੀਆਂ ਦਿੱਤੀਆਂ, ਖਾਲਸਾ ਪੰਥ ਸਾਜਿਆ। ਤੇ ਪੰਥ ਦੇ ਇੰਨੇ ਹਿੱਸੇ ਨੇ, ਜਿਹਨੂੰ ਅਸੀਂ ਕਹਿੰਦੇ ਆ ਗੁਰੂ ਦਾ ਮੂੰਹ ਜਿਹੜਾ ਗਰੀਬ ਦਾ ਮੂੰਹ ਜਿਹੜਾ ਗੁਰੂ ਦੀ ਗੋਲਕ ਹੈ। ਹਾਂਜੀ ਪੰਥ ਦੇ ਇੰਨੇ ਹਿੱਸੇ ਨੇ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਉੱਥੇ ਐਸਟੈਬਲਿਸ਼ ਹੋਈਆਂ ਸੰਗਤਾਂ, ਜਿਨ੍ਹਾਂ ਨੂੰ ਨਾਨਕ ਪੰਥੀ ਕਹਿੰਦੇ ਨੇ। ਇਸੇ ਤਰ੍ਹਾਂ ਹੀ ਸਿਕਲੀਗਰ ਨੇ, ਸਤਨਾਮੀ ਨੇ, ਬੰਜਾਰੇ ਨੇ, ਗੱਲ ਕੀ ਸਾਊਥ ਇੰਡੀਆ ਦੇ ਵਿੱਚ ਸਾਰੇ ਪਾਸੇ ਸਾਡੇ ਸਿੱਖ ਭੈਣ ਭਰਾ ਜਿਹੜੇ ਨੇ ਨਾਨਕ ਲੇਵਾ ਵਸੇ ਹੋਏ ਨੇ। ਪਰ ਸਾਡਾ ਇੱਕ ਦੂਜੇ ਨਾਲ ਕੰਟੈਕਟ ਨਹੀਂ ਹੈ, ਸਾਡਾ ਇੱਕ ਦੂਜੇ ਨੂੰ ਸ਼ਲਾਘਾ ਕਰਨ ਦਾ ਆਦਤ ਨਹੀਂ ਬਣ ਸਕੀ ਹਲੇ। ਅਸੀਂ ਇਹੀ ਕਹਿੰਦੇ ਰਹਿੰਦੇ ਆ ਬਈ ਸਿੱਖ ਜਿਹੜਾ ਉਹੀ ਆ ਜਿਹੜਾ ਦਾਲ ਰੋਟੀ ਖਾਵੇ ਜਾਂ ਸਲਵਾਰ ਕਮੀਜ਼ ਪਹਿਨੇ ਜਾਂ ਅਸੀਂ ਇਹ ਭੁੱਲ ਗਏ ਆ ਕਿ ਮਹਾਰਾਜ ਜਦੋਂ ਗਏ ਨੇ, ਗੁਰੂ ਨਾਨਕ ਸਾਹਿਬ ਜਦੋਂ ਗਏ ਨੇ ਇੱਧਰ ਮੱਕੇ ਮਦੀਨੇ ਵੱਲ, ਤੇ ਉਹਨਾਂ ਨੇ ਤੁਰਕਾਂ ਵਾਲਾ ਵੇਸ ਕੀਤਾ ਸੀ। ਹਾਂਜੀ ਤੋ ਜਿੱਥੇ ਸਾਡੇ ਲੋਕ ਜਾ ਕੇ ਵਸੇ ਸਦੀਆਂ ਦੇ ਪੁਰਾਣੇ, ਉਹਨਾਂ ਨੇ ਉਹੋ ਜਿਹੀਆਂ ਕਲਚਰ ਅਡਾਪਟ ਕਰ ਲਿਆ ਜਿੱਥੇ ਉਹ ਰਹਿ ਰਹੇ ਸੀ, ਪਰ ਸਿਧਾਂਤ ਉਹਨਾਂ ਦੇ ਸਿੱਖ ਹੀ ਹੈ। ਸੋ ਸਾਨੂੰ ਗੁਰੂ ਗੋਬਿੰਦ ਸਿੰਘ ਦਾ ਜਨਮ ਦਿਨ ਮੁਬਾਰਕ ਅਸੀਂ ਬਣਾ ਰਹੇ ਹਾਂ। ਜਦੋਂ ਅਸੀਂ ਕਹਿੰਦੇ ਹਾਂ ਮਾਨਸ ਕੀ ਜਾਤ ਸਭ ਹੈ ਕਿ ਪਹਿਚਾਨਵੋ, ਇਹਨਾਂ ਚੀਜ਼ਾਂ ਨੂੰ ਵਿਚਾਰ ਕੇ ਉਹਨਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਨੂੰ ਵੀ ਪੰਥ ਦਾ ਹਿੱਸਾ ਬਣਾਵਾਂਗੇ ਤਾਂ ਫਿਰ ਸਹੀ ਮਾਇਨੇ 'ਚ ਅਸੀਂ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਹੈ ਨਾ ਉਹਨੂੰ ਕਮਾ ਸਕਾਂਗੇ। ਬਹੁਤ ਅੱਛਾ ਮੈਸੇਜ ਡਾਕਟਰ ਸਾਹਿਬ ਜੀ, ਥੈਂਕ ਯੂ ਤੁਹਾਡਾ। ਤੇ ਹਾਂਜੀ ਆਪਣੇ ਭਾਈ ਵਿਨੋਦ ਸਿੰਘ ਜੀ, ਆਪਣੇ ਕੋਲ 2-2 ਮਿੰਟ ਹੈਗੇ, ਹੁਣ 2-2 ਮਿੰਟ ਆਪ ਜੀ ਨੂੰ ਮਿਲਣਗੇ ਤੇ 2-2 ਮਿੰਟ ਵਾਸਤੇ ਆਪ ਜੀ ਕੋਈ ਵੀ ਮੈਸੇਜ। ਹਾਂਜੀ ਸਰਦਾਰ ਕਿਰਪਾਲ ਸਿੰਘ ਜੀ ਦੇ ਮੈਂ ਗੱਲ ਮੈਨੂੰ ਬੜੀ ਪਸੰਦ ਆਈ ਹੈ। ਮੈਂ ਵੀਰ ਜੀ ਗੁਰਪੁਰਬ ਤੇ ਆਪਾਂ ਸਾਰਿਆਂ ਨੇ ਮਿਲਾਣਾ ਹੀ ਹੈ, ਸਤਿਗੁਰੂ ਜੀ ਦਾ ਸਾਲ ਬਣਾਵਾਂਗੇ। ਜਦ ਤੱਕ ਇਹ ਸੰਸਾਰ ਰਹੇਗਾ ਉਦੋਂ ਤੱਕ ਸਤਿਗੁਰੂ ਜੀ ਨੂੰ ਅਸੀਂ ਜਿਹੜਾ ਹੈ ਉਹਨਾਂ ਨੂੰ ਪ੍ਰਚਾਰਾਂਗੇ ਵੀ, ਤੇ ਲੋਕਾਂ ਨੂੰ ਉਹਨਾਂ ਦੇ ਜਿਹੜੇ ਆਪਣੇ ਵਿਚਾਰ ਨੇ ਉਹ ਵੀ ਲੋਕਾਂ ਤੱਕ ਅਸੀਂ ਪਹੁੰਚਾਵਾਂਗੇ। ਅਸੀਂ ਕਥਾ ਵੀ ਕਰਦੇ ਆ, ਉਚਿਤ ਤੌਰ ਤੇ ਅਸੀਂ ਗੁਰਪੁਰਬ ਵੀ ਮਨਾਉਂਦੇ ਆ। ਹਰ ਥਾਂ ਤੇ ਹਰ ਗੁਰੂ ਘਰ 'ਚ ਤਕਰੀਬਨ ਅਖੰਡ ਪਾਠ ਹੁੰਦੇ ਨੇ, ਉਚਿਤ ਤੌਰ ਤੇ ਦੀਵਾਨ ਸਜਦੇ ਨੇ, ਹਰ ਚੀਜ਼ ਹੁੰਦੀ ਹੈ। ਪਰ ਜਿਹੜੀ ਅੱਜ ਸਰਦਾਰ ਕਿਰਪਾਲ ਸਿੰਘ ਜੀ ਨੇ ਜਿਹੜੀ ਗੱਲ ਕਹੀ ਹੈ ਨਾ, ਇਹ ਮੈਨੂੰ ਬੜੀ ਪਸੰਦ ਆਈ ਹੈ, ਕਿਉਂਕਿ ਵੀਰ ਜੀ ਵਿਚਾਰਨਯੋਗ ਗੱਲ ਹੈਗੀ ਹੈ। ਅਸੀਂ ਪੰਜਾਬ ਦੇ ਲੋਕਾਂ ਨੂੰ ਜ਼ਿਆਦਾ ਮਾਨਤਾ ਦਿੰਦੇ ਆ। ਜਦੋਂ ਕੋਈ ਬਿਹਾਰ ਦਾ ਬੰਦਾ ਕੋਈ ਸਿੱਖ ਬਣ ਜਾਵੇ, ਸਿੱਖੀ ਧਾਰਨ ਕਰ ਲਵੇ, ਤੇ ਅਸੀਂ ਉਹਨੂੰ ਬਈਏ ਆਖਦੇ ਆ। ਪਰ ਜੇ ਪਿਛੋਕੜ ਦੇਖੀਏ ਭਾਈ ਸਾਹਿਬ ਜੀ, ਮੈਂ ਤੁਹਾਡੀ ਗੱਲ ਟੋਕ ਰਿਹਾ ਇੱਥੇ। ਤੁਸੀਂ ਉਹਨਾਂ ਨੂੰ ਇਹ ਗੱਲ ਕਿਹਾ ਕਰੋ, ਭਾਈ ਸਾਹਿਬ ਜੀ ਤੁਸੀਂ ਇਹ ਗੱਲ ਦੱਸੋ, ਕਹਿੰਦੇ ਮੈਂ ਉਸ ਕੁਲ ਵਿੱਚੋਂ ਹੈਗਾ ਬਾਬਾ ਲੱਕੀ ਸ਼ਾਹ ਵਣਜਾਰਾ ਨੂੰ ਜਾਣਦੇ ਹੋ, ਉਹਨਾਂ ਦੀ ਕੁਰਬਾਨੀ ਨੂੰ ਜਾਣਦੇ ਹੋ? ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਬੰਦ ਕਟਾਇਆ ਸੀ, ਜਿਹੜੇ ਸਿੱਖ ਪੰਥ ਦੇ ਮਹਾਨ ਜਥੇਦਾਰ ਤੇ ਮਹਾਨ ਗਿਆਨੀ ਰਹੇ ਨੇ ਅਕਾਲ ਤਖਤ ਸਾਹਿਬ ਦੇ। ਤੇ ਤੁਸੀਂ ਇਹ ਕਿਹਾ ਕਰੋ ਨਾ, ਤੇ ਉਹਨਾਂ ਨੂੰ ਪਤਾ ਚੱਲੇ ਬਾਈ ਵਾਕਈ ਇਹ ਜਿਹੜਾ ਧਰਮ ਹੈ ਇਹ ਕੋਈ ਨਵਾਂ ਧਰਮ ਨਹੀਂ ਹੈ ਜਾਂ ਨਵੇਂ ਨਹੀਂ, ਇਹ ਗੁਰੂ ਨਾਨਕ ਸਾਹਿਬ ਤੋਂ ਜੁੜੇ ਹੋਏ ਨੇ। ਜਿਹੜਾ ਬਣਜਾਰਾ ਬਿਰਾਦਰੀ ਹੈ ਜਾਂ ਕੋਈ ਵੀ ਬਿਰਾਦਰੀ ਹੈ ਜੋ ਵੀ ਗੁਰੂ ਨਾਨਕ ਨਾਮ ਲੇਵਾ, ਉਹ ਗੁਰੂ ਨਾਨਕ ਦੇਵ ਜੀ ਤੋਂ ਜੁੜੇ ਹੋਏ ਨੇ। ਨਵਾਂ ਸਿੱਖ ਕੋਈ ਨਹੀਂ ਹੈ। ਸਿੱਖ ਗੁਰੂ ਨਾਨਕ ਦੇਵ, ਜਦੋਂ ਤੋਂ ਗੁਰੂ ਨਾਨਕ ਦੇਵ ਜੀ ਦੀ ਸ਼ੁਰੂਆਤ ਹੋਈ ਹੈ ਸਿੱਖੀ ਉਦੋਂ ਤੋਂ ਸ਼ੁਰੂ ਹੋ ਗਈ ਹੈ। ਹਾਂਜੀ ਜੀ ਜੀ ਬਿਲਕੁਲ। ਜਦੋਂ ਆਪਾਂ ਗੱਲ ਕਰਦੇ ਆ ਗੁਰੂ ਗ੍ਰੰਥ ਸਾਹਿਬ ਵਿੱਚੋਂ ਏਕ ਪਿਤਾ ਏਕ ਅਸ ਕੇ ਹਮ ਬਾਰਕ ਤੋ ਮੇਰਾ ਗੁਰੂ ਹਾਈ,
अवल अल्लाह नूर उपाया कुदरत के सब बंदे, एक नूर ते सब जग उपजया कौन भले को मंदे, है ना जी। ਇੱਕ ਪਾਸੇ ਅਸੀਂ ਗੁਰਬਾਣੀ ਨੂੰ ਵਿਚਾਰਦੇ ਆ, ਦੂਜੇ ਪਾਸੇ ਅਸੀਂ ਜਿਹੜੀ ਹੈ ਇਹ ਗੱਲ ਰੱਖਦੇ ਆ ਇਹ ਯੂਪੀ ਦਾ ਸਿੱਖ ਹੈ, ਇਹ ਬਿਹਾਰ। ਅੱਜ ਵੀ ਆਪ ਜੀ ਨੂੰ ਇਹ ਗੱਲ ਵੇਖਣ ਨੂੰ ਮਿਲੇਗੀ, ਪਰ ਮੈਂ ਪੁਰਾਤਨ ਜਿੱਦਾਂ ਆਪ ਜੀ ਨੇ ਦੱਸਿਆ ਭਾਈ ਮਨੀ ਸਿੰਘ, ਭਾਈ ਬਚਿੱਤਰ ਸਿੰਘ ਹੈ ਨਾ, ਹੋਰ ਬੇਅੰਤ ਸਾਡੇ ਜਿਹੜੇ ਹੈਗੇ ਭਾਈ ਲੱਕੀ ਸਾਹਿਬ ਨਜ਼ਾਰਾ ਜੀ, ਮੈਂ ਉਹਨਾਂ ਦੀ ਗੱਲ ਨਾ ਕਰਦਾ ਹੋਇਆ ਮੇਰੇ ਦਾਦੇ ਸਰਦਾਰ ਉਦੇ ਸਿੰਘ ਜੀ, ਮੇਰੇ ਪਿਤਾ ਜੀ ਦਾ ਨਾਮ ਸਰਦਾਰ ਕੇਰ ਸਿੰਘ ਜੀ, ਮੇਰੇ ਤਾऊ ਜੀ ਦਾ ਨਾਂ ਸਰਦਾਰ ਹੁਕਮ ਸਿੰਘ ਜੀ, ਹੈ ਨਾ ਜੀ। ਸਾਡੇ ਪਰਿਵਾਰ ਏਦਾਂ ਦੇ ਨਾਂ ਨੇ। ਚਲੋ ਸੰਸਾਰਿਕ ਤੌਰ ਤੇ ਆਪਾਂ ਹੁਣ ਪੰਜਾਬ 'ਚ ਤੁਸੀਂ ਰਿੰਟੂ ਪਿੰਟੂ ਪਤਾ ਨਹੀਂ ਕਿੱਦਾਂ ਦੇ, ਬੰਟੀ ਬੁੰਟੀ ਕਿੱਦਾਂ ਦੇ ਨਾਮ ਹੁੰਦੇ ਆ, ਹੈ ਨਾ। ਤੇ ਦਾਸ ਦਾ ਨਾਂ ਓਦਾਂ ਜਦੋਂ ਮੈਂ ਅੰਮ੍ਰਿਤ ਛਕਿਆ ਤੇ ਮੈਂ ਪੌਂਟਾ ਸਾਹਿਬ ਤੋਂ ਗੁਰੂ ਸਾਹਿਬ ਜੀ ਦਾ ਅੰਮ੍ਰਿਤ ਛਕਿਆ ਸੀ ਤਕਰੀਬਨ 92 ਚ, ਤੇ ਦਾਸ ਦਾ ਨਾਮ ਪਿਆ ਸੀ ਨਰਿੰਦਰ ਸਿੰਘ ਉੱਥੋਂ। ਤੇ ਗੱਲ ਇਹ ਨਹੀਂ ਹੈ, ਗੱਲ ਇਹ ਹੈ ਕਿ ਅਜੇ ਵੀ ਵਿਤਕਰਾ ਕਰਦੇ ਨੇ ਕਈ ਸਿੰਘ ਸਾਡੇ ਨਾਲ ਵਿਤਕਰਾ ਕਰਦੇ ਨੇ। ਇਹ ਯੂਪੀ ਦਾ ਹੈ, ਇਹ ਬਿਹਾਰ ਦਾ ਹੈ, ਪੰਜਾਬ ਦਾ ਹੈ। ਸਿੱਖੀ ਦਾ ਪ੍ਰਚਾਰ ਗੁਰੂ ਸਾਹਿਬ ਜੀ ਨੇ ਚਾਰੇ ਪਾਸੇ ਕੀਤਾ। ਗੁਰੂ ਨਾਨਕ ਦੇਵ ਜੀ ਜਿਹੜੇ ਸਿਧਾਂਤ ਸੀ ਨਾ, ਉਹ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਬਹੁਤ ਉੱਚੇ ਲੈ ਕੇ ਗਏ ਨੇ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਦੇ ਪੌਦੇ ਨੂੰ ਆਪਣੇ ਹਰ ਤਰੀਕੇ ਨਾਲ ਉਹਨੂੰ ਖਾਦ ਪਾ ਕੇ, ਮੈਂ ਹਿੰਦੀ ਚ ਹਰ ਤਰੀਕੇ ਨਾਲ ਉਹ ਗੱਲ ਕਰਾਂ, ਖਾਦ ਪਾ ਕੇ ਉਹਨੂੰ ਪਾਣੀ ਦੇ ਕੇ ਉਹਨੂੰ, ਉਹ ਜਿਹੜਾ ਗੁਰੂ ਸਾਹਿਬ ਜੀ ਨੇ ਦਰਖਤ ਲਾਇਆ ਸੀ ਸਿੱਖੀ ਦਾ, ਗੁਰੂ ਸਾਹਿਬ ਜੀ ਦਾ ਉਪਦੇਸ਼ ਸੀ, ਹੈ ਨਾ। ਤੇ ਉਹਨਾਂ ਨੇ ਹਰੇਕ ਬੰਦੇ ਨੂੰ ਜਿਹੜਾ ਹੈ ਸਿੱਖੀ ਵਿੱਚ ਆਉਣ ਦਾ ਨੌਤਾ ਦਿੱਤਾ ਸੀ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਨੰਦਪੁਰ ਸਾਹਿਬ ਵਿਖੇ ਜਦੋਂ ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ, ਪੰਜ ਪਿਆਰਿਆਂ ਦੀ, ਤੇ ਉਦੋਂ ਵੀ ਸਤਿਗੁਰੂ ਜੀ ਨੇ ਇਹ ਨਹੀਂ ਕਿਹਾ ਅੱਛਾ ਸੀ ਕਿ ਬਈ ਮੈਨੂੰ ਪੰਜਾਬ ਤੋਂ ਪੰਜ ਸੀਸ ਚਾਹੀਦਾ ਹੈ ਕਿਸੇ ਦਾ, ਹੈ ਨਾ ਜੀ। ਗੁਰੂ ਸਾਹਿਬ ਜੀ ਨੇ ਪੂਰੀ ਸੰਗਤ, ਪੂਰੇ ਹਿੰਦੁਸਤਾਨ ਚੋਂ, ਪੂਰੀ ਦੁਨੀਆ ਤੋਂ ਸੰਗਤ ਆਈ ਸੀ। ਸਤਿਗੁਰੂ ਜੀ ਨੇ ਤਾਂ ਐਲਾਨ ਕੀਤਾ ਸੀ ਬਾਈ ਇਹ ਜਿਹੜੀ ਮੇਰੀ ਕਿਰਪਾਨ ਹੈ, ਸ੍ਰੀ ਸਾਹਿਬ ਹੈ, ਇਹਨੂੰ ਇੱਕ ਸੀਸ ਦੀ ਲੋੜ ਹੈ। ਤੇ ਗੁਰੂ ਸਾਹਿਬ ਜੀ ਨੇ ਇਹ ਗੱਲ ਨਹੀਂ ਆਖੀ ਕਿਤੇ ਵੀ ਕਿ ਭਾਈ ਮੈਂ ਬਿਹਾਰ 'ਚ ਜਨਮਿਆ ਤੇ ਮੈਨੂੰ ਬਿਹਾਰੀ ਬੰਦਾ ਚਾਹੀਦਾ ਹੈ, ਜਾਂ ਮੈਂ ਪੰਜਾਬ 'ਚ ਰਹਿ ਰਿਹਾ ਮੈਨੂੰ ਪੰਜਾਬ ਦਾ ਬੰਦਾ ਚਾਹੀਦਾ ਹੈ। ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਐਲਾਨਿਆ ਸੀ ਇਹ, ਤੇ ਇਹ ਕੋਈ ਵੱਡੀ ਗੱਲ ਨਹੀਂ ਹੈ। ਤੁਸੀਂ ਦੇਖੋਗੇ ਗਾਜੀਪੁਰ ਬਾਰਡਰ ਤੇ ਮੈਂ ਗਿਆ ਵਾਂ, ਤੇ ਅਸੀਂ ਜਿੰਨੀ ਸੇਵਾ ਹੁੰਦੀ ਹੈ ਸਤਿਗੁਰੂ ਜੀ ਲੈਂਦੇ ਨੇ, ਅਸੀਂ ਜਾਂਦੇ ਹਾਂ। ਮੈਂ ਇੱਥੇ ਅੰਦੋਲਨ ਵਿੱਚ ਤਕਰੀਬਨ ਇੱਕ ਅੱਧੇ ਦਿਨ ਨਹੀਂ ਜਾਂਦਾ, ਬਾਕੀ ਤਕਰੀਬਨ ਮੈਂ ਜਾਂਦਾ ਵਾਂ ਗਾਜੀਪੁਰ ਬਾਰਡਰ ਤੇ। ਤੁਹਾਨੂੰ ਦੇਖਦੇ ਰਹਿੰਦੇ ਆ, ਤੁਸੀਂ ਬਹੁਤ ਅੰਦੋਲਨ 'ਚ ਆਪਣਾ ਹਿੱਸਾ ਪਾ ਰਹੇ ਹੋ। ਇਹ ਬਹੁਤ ਵੱਡੀ ਤੁਹਾਡੀ ਕਾਲਨਾ ਹੈ, ਬਹੁਤ ਵੱਡੀ ਸੇਵਾ ਹੈ, ਤੇ ਲੱਗੇ ਰਹੋ। ਤੇ ਮਹਾਰਾਜ ਇਹ ਇੱਕ ਦਿਨ ਇਤਿਹਾਸ ਵਿੱਚ ਤੁਹਾਡਾ ਨਾਮ ਆਏਗਾ, ਤੇ ਬਹੁਤ ਅੱਛੀ ਸੇਵਾ ਕਰ ਰਹੇ ਹੋ, ਬਹੁਤ ਅੱਛੀ ਗੱਲ ਹੈ। ਹਾਂਜੀ। ਤੇ ਅਸੀਂ ਗਾਜੀਪੁਰ ਜਾਂਦੇ ਆ ਵੀਰ ਜੀ, ਉੱਥੇ ਇਸ ਵੇਲੇ ਪੂਰੇ ਯੂਪੀ ਦੇ ਸਿੱਖ ਹੈਗੇ ਨੇ, ਉੱਤਰਾਖੰਡ ਦੇ ਸਿੱਖ ਹੈਗੇ ਨੇ। ਤੇ ਸਭ ਤੋਂ ਵੱਡੀ ਗੱਲ ਮੈਂ ਇੱਥੇ ਕਹਿ ਦਿਆਂ, ਇਹ 'ਚ ਕੋਈ ਮੈਂ ਕੋਈ ਗਲਤ ਗੱਲ ਨਾ ਕੋਈ ਵੀ ਸਮਝੇ, ਹਿੰਦੂ ਭਰਾ ਮੇਰਾ ਕੋਈ ਸੁਣਦਾ ਹੋਵੇ ਇਸ ਗੱਲ ਨੂੰ ਮਾਈਂਡ ਨਾ ਕਰੇ। ਜਿਹੜੇ ਸਿੱਖ ਨੇ ਉਹ ਬਿਲਕੁਲ ਔਨ ਰੋਡ, ਉਹਨਾਂ ਦੇ ਜਿਹੜੇ ਟੈਂਟ ਹੈਗੇ ਆ, ਜਾਂ ਗੱਡੀ ਹੈਗੀ ਹੈ, ਜਾਂ ਟਰੈਕਟਰ ਟਰਾਲੇ ਹੈਗੇ ਨੇ, ਉਹ ਔਨ ਰੋਡ ਹੈਗੇ ਨੇ। ਜਿਹੜੇ ਬਾਕੀ ਹਿੰਦੂ ਪਰਿਵਾਰ ਦੇ ਨੇ, ਉਹਨਾਂ ਨੇ ਉਹਦੇ ਥੱਲੇ ਆਪਣੇ ਫਲਾਈਓਵਰ ਦੇ ਥੱਲੇ ਗੱਡੀਆਂ ਲਾਈਆਂ ਹੋਈਆਂ ਨੇ। ਤੇ ਸਿੱਖਾਂ ਨੇ ਉਹਨਾਂ ਦੀ ਜਿਹੜੀ ਹਿਮਾਇਤ ਕੀਤੀ ਹੈ, ਲੰਗਰ ਪਾਣੀ ਉਹਨਾਂ ਨੂੰ ਛਕਾਉਂਦੇ ਹੈ। ਜਿੰਨੇ ਲੰਗਰ ਲੱਗੇ ਨੇ ਸਾਰੇ ਸਿੱਖਾਂ ਵੱਲੋਂ ਲੱਗੇ ਨੇ, ਗੁਰਦੁਆਰੇ ਵੱਲੋਂ ਸਿੱਖਾਂ ਵੱਲੋਂ ਲੰਗਰ ਲੱਗੇ ਹੋਏ ਨੇ। ਤੇ ਉੱਥੇ ਤੁਸੀਂ ਦੇਖੋਗੇ ਜਾ ਕੇ, ਜਾਂ ਕੋਈ ਆਪਣਾ ਵੀਰ ਹੈਗਾ ਹੈ ਤੇ ਉਹਨਾਂ ਨੂੰ ਪੁੱਛਣਾ ਤੁਸੀਂ, ਸਿੱਖ ਜਿਹੜੇ ਉਹ ਮੀਂਹ 'ਚ ਭਿੱਜ ਰਹੇ ਨੇ, ਜਿਹੜੇ ਹਿੰਦੂ ਵੀਰ ਨੇ ਜਾਂ ਮੁਸਲਮਾਨ ਵੀਰ ਨੇ ਜਿਹੜੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਨੇ, ਉਹਨਾਂ ਦੀ ਜਿਹੜੀ ਹੈਲਪ ਕਰ ਰਹੇ ਨੇ, ਟੋਟਲ ਸਿੱਖ ਭਰਾ ਕਰ ਰਹੇ ਨੇ। ਇਸ ਵੇਲੇ ਸਿੱਖ ਜਿਹੜੇ ਨੇ ਉਹ ਉਚੇਚੇ ਤੌਰ ਤੇ ਕਿਸਾਨਾਂ ਦੀ ਸੇਵਾ ਕਰ ਰਹੇ ਨੇ, ਕਿਉਂਕਿ ਇਹ ਗੱਲ ਟਿਕੈਤ ਸ਼ਾਮਲੀ ਤੋਂ ਜਿਹੜੇ ਯੂਪੀ ਦੇ ਜਿਹੜੇ ਨੇਤਾ ਨੇ ਨਾ, ਕਿਸਾਨ ਨੇਤਾ ਟਿਕੈਤ ਸਾਹਿਬ, ਉਹਨਾਂ ਨੇ ਇਹ ਗੱਲ ਪੂਰੇ ਮੀਡੀਆ ਦੇ ਵਿੱਚ ਕਹੀ ਹੈ ਕਿ ਅਸੀਂ ਮੰਦਿਰ ਵਿੱਚ ਇੰਨਾ ਧਨ ਦਿੰਦੇ ਆ, ਇੰਨਾ ਕੁਝ ਕਰਦੇ ਆ, ਸਾਡੇ ਵਾਸਤੇ ਇੱਕ ਚਾਹ ਦਾ ਕੱਪ ਨਹੀਂ ਇੱਥੇ ਹੈਗਾ, ਹੈ ਨਾ। ਤੇ ਸਿੱਖ ਕੌਮ ਵਾਸਤੇ ਬਹੁਤ ਵੱਡੀ ਗੱਲ ਹੈ ਇਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ 20 ਰੁਪਏ ਦਾ ਲੰਗਰ ਲਾਇਆ ਹੋਇਆ ਨਾ, ਇਹਨੂੰ ਸਾਰਾ ਜਗਤ ਛਕ ਰਿਹਾ, ਦੇਸ਼ ਵਿਦੇਸ਼ ਵਿੱਚ ਇਹ ਲੰਗਰ ਚੱਲ ਰਿਹਾ। ਤੁਹਾਡਾ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ। ਫੇਰ ਆਵਾਂਗੇ ਕਿਉਂਕਿ ਆਪਾਂ ਕੱਲ ਵੀ ਵਿਚਾਰ ਕਰਨੀ ਹੈ, ਕੱਲ ਦਾ ਵੀ ਆਪਣੇ ਕੋਲ ਟਾਈਮ ਹੈ। ਤੇ ਮੈਂ ਇੱਥੇ ਇੱਕ ਗੱਲ ਕਰਦਾ, ਕਿਉਂਕਿ ਇਹ ਜਿਹੜਾ ਅੰਦੋਲਨ ਹੋ ਰਿਹਾ ਹੈ ਇਹ ਸਾਡੇ ਪੰਜਾਬ ਵਾਸਤੇ
ਬੜੀ ਖੁਸ਼ੀ ਦੀ ਖਬਰ ਹੈ ਕਿਉਂਕਿ ਸਰਕਾਰਾਂ ਨੇ ਪੰਜਾਬ ਨੂੰ ਇੱਕ ਬਦਨਾਮ ਘੋਸ਼ਿਤ ਕੀਤਾ ਹੋਇਆ ਸੀ ਬਈ ਪੰਜਾਬ ਵਿੱਚ ਉਗਰਵਾਦੀ ਰਹਿੰਦੇ ਨੇ, ਪਰ ਅੱਜ ਇਹ ਗੱਲ ਪ੍ਰਤੱਖ ਹੋ ਗਈ ਹੈ ਕਿ ਮਤਲਬ ਕਿਉਂਕਿ ਹਰ ਬੰਦੇ ਨੂੰ ਅੱਜ ਪਤਾ ਚੱਲ ਰਿਹਾ ਹੈ ਇਸ ਪਲੇਟਫਾਰਮ ਤੋਂ, ਕਿਸਾਨ ਅੰਦੋਲਨ ਤੋਂ, ਕਿ ਪੰਜਾਬ ਵਿੱਚ ਵਾਕਈ ਲੋਕ ਮਸੀਹੇ ਵਸਦੇ ਨੇ। ਇਹ ਗੱਲ ਸਪਸ਼ਟ ਹੋਈ, ਗੁਰਪੀਰਾਂ ਦੀ ਧਰਤੀ ਹੈ ਤੇ ਇਹ ਗੱਲ ਸਪਸ਼ਟ ਸਾਰਿਆਂ ਦੇ ਸਾਹਮਣੇ ਹੋ ਗਈ ਹੈ ਕਿ ਇਹ ਸਰਕਾਰਾਂ ਨੇ ਜਾਣ ਕੇ ਪੰਜਾਬ ਨੂੰ ਬਦਨਾਮ ਕੀਤਾ ਹੈ। ਕਿਉਂਕਿ ਆਪਾਂ ਕਿਸੇ ਦੇ ਖਿਲਾਫ ਨਹੀਂ, ਆਪਾਂ ਇੱਕ ਹਾਂ, ਕਿਉਂਕਿ ਆਪਾਂ ਗੁਰੂ ਗੋਬਿੰਦ ਸਿੰਘ ਦੇ ਬਚਨਾਂ ਨੂੰ ਮੰਨਣਾ ਹੈ। ਮਾਨਸ ਕੀ ਜਾਤ ਸਭੇ ਏਕ ਹੈ ਪਹਿਚਾਨ ਵੋ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜੇ ਪਟਨੇ ਵਿੱਚ ਜਨਮ ਲਿਆ, ਉਹਦਾ ਮਤਲਬ ਇਹ ਹੈ ਉਹਨਾਂ ਨੇ ਏਕਤਾ ਦਿਖਾਣੀ ਸੀ। ਜਿਹੜੀ ਅੱਜ ਏਕਤਾ, ਇਹ ਉਸ ਏਕਤਾ ਦੀ ਸ਼ਕਤੀ ਹੈ ਜਿਹੜੀ ਅੱਜ ਕਿਸਾਨ ਅੰਦੋਲਨ ਬਣ ਕੇ ਦਿੱਲੀ ਵਿੱਚ ਖੜੀ ਹੈ, ਸਰਕਾਰਾਂ ਦੇ ਮੂੰਹ ਤੇ ਥੱਪੜ ਮਾਰ ਰਹੀ ਹੈ। ਇਹ ਉਹੀ ਸ਼ਕਤੀ ਹੈ, ਇਹ ਉਹਨਾਂ ਸਾਹਿਬਜ਼ਾਦਿਆਂ ਦੀ ਸ਼ਕਤੀ ਹੈ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਇਹ ਉਹੀ ਅੰਦੋਲਨ ਬਣ ਕੇ ਅੱਜ ਉਸੇ ਮਹੀਨੇ, ਦੇਖ ਲਓ ਸਾਹਮਣੇ ਸਭ ਦੇ, ਉसी महीने पो दे महीने शहीदां दा महीना है ते उन्हां 4 साहिबजादे दी शहीदी, उन्हां से भाई मतीदास, सतीदास ते भाई दयाला जी, गुरु तेग बहादुर साहब जी, अज ओही शक्ति अंदोलन बन के अज पूरे भारत विच आई है। ते ये भारत दा अंदोलन जिहड़ा है सब तो वड्डा अंदोलन है। इहदा बहुत वड्डा एक दिन इतिहास लिखिया जाएगा ते ऐसा इतिहास बनेगा कि दुनिया वाचेगी। और जिन्हां ने अज अखां बंद कीतियां होईयां ना, ਜਿਹੜੇ ਅੱਖਾਂ ਬੰਦ ਕਰਕੇ ਅੰਧ ਭਗਤ ਬਣੇ ਹੋਏ ਨੇ, ਜਿਹੜੇ ਅੰਧਿਆਂ ਨਾਲ ਚੱਲ ਰਹੇ ਨੇ, ਅੰਧਿਆਂ ਨਾਲ ਖੜੇ ਨੇ, ਕਲਕਾਤੀ ਰਾਜੇ ਕਾਸਾਈ ਧਰਮ ਪੰਖ ਕਰ ਉਡ ਰਿਆ, ਊੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀ ਕਹਿ ਚੜਿਆ। ਅੱਜ ਗੱਲ ਉਹ ਹਕੀਕਤ ਹੋ ਰਹੀ, ਕੁੱਤਾ ਰਾਜ ਬਹਾ ਲਿਆ ਫਿਰ ਚੱਕੀ ਚੱਟੇ। ਅੱਜ ਗੱਲ ਹਕੀਕਤ ਹੈ, ਇਹ ਕੁੱਤੇ ਬਣ ਕੇ ਇਹਨਾਂ ਨੂੰ, ਕੁੱਤਿਆਂ ਨੂੰ ਅੱਜ ਰਾਜ ਤੇ ਬਿਠਾ ਦਿੱਤਾ ਤੇ ਕੁੱਤੇ ਦਾ ਕੰਮ ਕੀ ਹੈ? ਚੱਕੀ ਚੱਟਣਾ। ਭਾਵੇਂ ਕਹਿੰਦੇ ਅਗਰ ਗਿੱਦੜ ਨੂੰ ਸ਼ੇਰ ਦੀ ਖਾਲ ਪਹਿਨਾ ਦੋ ਨਾ, ਉਹਨੇ ਰਹਿਣਾ ਗਿੱਦੜ ਹੀ ਹੈ, ਉਹ ਸ਼ੇਰ ਨਹੀਂ ਬਣ ਸਕਦਾ। ਵਾਹਿਗੁਰੂ, ਬੜੀ ਖੁਸ਼ੀ ਦੀ ਗੱਲ ਹੈ। ਸਭ ਤੋਂ ਵੱਡੀ ਗੱਲ ਆਪਾਂ ਸ਼ੁਰੂ ਕੀਤੀ ਕਿ ਪੰਜਾਬ ਵਾਸਤੇ, ਸਾਡੇ ਪੰਜਾਬ ਵਾਸਤੇ ਦੀ ਗੱਲ ਹੈ, ਕਿਉਂਕਿ ਪੰਜਾਬ ਅਜੇ ਨਿਖਰ ਕੇ ਸਾਹਮਣੇ ਸਾਰੇ ਦੇ ਆ ਗਿਆ ਹੈ। ਤੇ ਆਪਾਂ ਤਾਂ ਕਿਉਂਕਿ ਹੁਣ ਟਾਈਮ ਹੋ ਚੁੱਕਾ ਹੈ ਅਸਲ ਵਿੱਚ, ਚਲੋ ਆਪਾਂ ਸਭ ਤੋਂ ਮਾਫੀ ਮੰਗਦੇ ਹਾਂ ਤੇ ਕੱਲ ਨੂੰ ਆਪਾਂ ਸਾਰੇ ਫੇਰ ਜੁੜਾਂਗੇ, ਜਿੰਨੇ ਵੀ ਹੈਗੇ, ਤੇ ਸਾਰਿਆਂ ਨੇ ਕੱਲ ਨੂੰ ਆਉਣਾ। ਤੇ ਆਪਾਂ ਕੱਲ ਨੂੰ ਆਪਾਂ ਬੇਨਤੀ ਕਰਾਂਗੇ ਆਪਣੇ ਡਾਇਰੈਕਟਰ ਸਾਹਿਬ ਨੂੰ, ਮੇਘਰਾਜ ਸਿੰਘ ਜੀ ਨੂੰ, ਕੱਲ ਨੂੰ 2 ਘੰਟੇ ਦਾ ਪ੍ਰੋਗਰਾਮ ਰੱਖਣ, ਕਿਉਂਕਿ ਗੱਲਾਂ ਵਿੱਚ ਜਦੋਂ ਸਾਰੇ ਇਤਿਹਾਸਕਾਰ ਬੈਠਦੇ ਨੇ ਤੇ ਸਾਰੇ ਆਪਣੇ ਆਪਣੇ ਵਿਚਾਰ ਰੱਖਦੇ ਨੇ, ਬਹੁਤ ਵੱਡੀ ਗੱਲ ਹੋ ਜਾਂਦੀ ਹੈ ਨਾ। ਤੇ ਆਪਾਂ ਕੱਲ ਨੂੰ 2 ਘੰਟੇ ਦਾ ਗੁਰੂ ਗੋਬਿੰਦ ਸਿੰਘ ਦਾ ਪ੍ਰੋਗਰਾਮ ਰੱਖਾਂਗੇ। ਤੇ ਆਪਾਂ ਐਸਾ ਕੁਝ ਕਹਿਣਾ, 1 ਮਿੰਟ ਟਾਈਮ ਹੈਗਾ। ਗੁਰਜੀਤ ਸਿੰਘ ਜੀ ਕਹਿ ਰਹੇ। ਹਾਂਜੀ ਗੁਰਜੀਤ ਸਿੰਘ ਜੀ। ਹਾਂਜੀ, ਮੈਂ ਬਸ ਇੰਨੀ ਬੇਨਤੀ ਕਰਨੀ ਚਾਹੁੰਦਾ, ਜੇ ਟਾਈਮ ਹੋ ਗਿਆ ਤੇ ਕਿ ਸਿੱਖ ਹੀ ਹੁੰਦਾ, ਸਿੱਖ ਨਾ ਤੇ ਬਿਹਾਰੀ ਹੈ, ਨਾ ਯੂਪੀ ਵਾਲਾ, ਨਾ ਉੱਤਰਾਖੰਡੀ ਹੈ। ਸਿੱਖ ਸਿਰਫ ਸਿੱਖ ਹੁੰਦਾ ਤੇ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਜਦੋਂ ਅਸੀਂ ਦੇਖਦੇ ਹਾਂ ਕਿ ਸਿੱਖ ਰਹਿਤ ਮਰਿਆਦਾ ਤੇ ਲਿਖਿਆ ਵੀ ਜਿਹੜਾ ਇੱਕ ਅਕਾਲ ਪੁਰਖ ਨੂੰ 10 ਗੁਰੂ ਸਾਹਿਬਾਨ, 10 ਗੁਰੂ ਸਾਹਿਬਾਨਾਂ ਦੀ ਤੇ ਸਿੱਖਿਆ ਨੂੰ ਤੇ ਦਸ਼ਮੇਸ਼ ਪਿਤਾ ਦੇ ਠੰਡੇ ਬਾਟੇ ਦੇ ਅੰਮ੍ਰਿਤ ਤੇ ਨਿਸ਼ਠਾ ਰੱਖਦਾ, ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਤੇ ਜੇ ਕੋਈ ਘੱਟ ਸੋਚ ਵਾਲੇ ਬੰਦੇ, ਘੱਟ ਸਮਝ ਵਾਲੇ ਇਸ ਤਰ੍ਹਾਂ ਦਾ ਵਿਤਕਰਾ ਕਰਦੇ ਤੇ ਇੱਕ ਦ੍ਰਿੜ ਹੋਣਾ ਚਾਹੀਦਾ, ਭਾਵੇਂ ਉਹ ਯੂਪੀ ਤੋਂ ਹੋਵੇ, ਭਾਵੇਂ ਬਿਹਾਰ ਤੋਂ ਹੋਵੇ। ਗੁਰੂ ਦਾ ਵਿਹੜਾ ਬਹੁਤ ਵੱਡਾ ਹੈ ਤੇ ਗੁਰੂ ਨੇ ਸਾਰਿਆਂ ਨੂੰ ਕਲਾਵੇ ਚ ਲਿਆ। ਇਸ ਕਰਕੇ ਆਪਾਂ ਸਾਰੇ ਸਿੱਖਾਂ ਤੇ ਪਿਆਰ ਨਾਲ ਗੁਰੂ ਦੀਆਂ ਗੱਲਾਂ ਬਾਤਾਂ ਇਸੇ ਤਰ੍ਹਾਂ ਰਲ ਮਿਲ ਕੇ ਕਰਦੇ ਰਹੀਏ ਜੀ। ਤੁਸੀਂ ਬੜਾ ਅੱਛਾ ਮੈਸੇਜ ਦਿੱਤਾ। ਤੇ ਅਸੀਂ ਭਾਈ ਸਾਹਿਬ ਕੋਲ ਅਸੀਂ ਕੀਰਤਨ ਕਰਨ ਜਾਂਦੇ ਰਹਿੰਦੇ ਹਾਂ, ਕਿਉਂਕਿ ਬਰਲਿੰਗਟਨ ਗੁਰੂ ਘਰ ਵਿੱਚ ਆਪਣੇ ਗ੍ਰੰਥੀ ਸਿੰਘ ਹੈਗੇ ਭਾਈ ਸਾਹਿਬ ਜੀ, ਭਾਈ ਗੁਰਜੀਤ ਸਿੰਘ ਜੀ। ਤੇ ਇਹ ਇਹਨਾਂ ਦੇ ਅਸੀਂ ਦੇਖਿਆ ਵਿਚਾਰ ਜਿਹੜੀ ਹੈ, ਵਾਕਈ ਹਕੀਕਤ ਜਿਹੜੀ ਇਹਨਾਂ ਨੇ ਕਹੀ ਹੈ ਨਾ, ਇਹ ਵਾਕਈ ਉਸ ਤੇ ਖਰੇ ਉਤਰਦੇ ਨੇ। ਕਿਉਂਕਿ ਅਸੀਂ ਜਦੋਂ ਜਾਂਦੇ ਹਾਂ ਤੇ ਇਹ ਸਾਰਿਆਂ ਨੂੰ ਇੱਕੋ ਜਿਹਾ ਸਤਿਕਾਰ ਦਿੰਦੇ ਨੇ, ਭਾਵੇਂ ਉਹ ਯੂਪੀ ਤੋਂ ਹੈ, ਭਾਵੇਂ ਉਹ ਪੰਜਾਬ ਤੋਂ ਹੈ, ਭਾਵੇਂ ਉਹ ਬਿਹਾਰ ਤੋਂ ਹੈ, ਇਹ ਸਾਰਿਆਂ ਦਾ ਸਤਿਕਾਰ ਕਰਦੇ ਨੇ। ਤੇ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ, ਤੇ ਜੋਸ਼ੀ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਹੁਣ ਤੇ ਆਪਾਂ ਕੱਲ ਨੂੰ ਤੁਹਾਨੂੰ ਖੁੱਲਾ ਟਾਈਮ ਦੇਵਾਂਗੇ। 1 ਮਿੰਟ, ਸਿਰਫ 1 ਮਿੰਟ ਦਿਓ ਭਾਈ ਸਾਹਿਬ ਜੀ ਮੈਨੂੰ। ਹਾਂਜੀ 1 ਮਿੰਟ। ਹਾਂਜੀ, ਮੈਂ ਮਨੋਜ ਸਿੰਘ ਜੀ ਦੇ ਵਿਚਾਰ ਦਾ ਇੱਕ ਜਵਾਬ ਦੇਣਾ ਚਾਹੁੰਦਾ ਜੀ। ਇਹ ਸਿਰਫ 1 ਮਿੰਟ ਦੇ ਵਿੱਚ
ਹਾਂਜੀ ਕਿ ਹਾਂਜੀ ਜਿਹੜਾ ਜਾਤ ਦਾ ਵਿਤਕਰਾ ਤੇ ਜਿਹੜਾ ਬਰਾਦਰੀ ਦਾ ਕੋਈ ਵਿਤਕਰਾ ਨਾ, ਹਾਂਜੀ ਇਹ ਜਿਹੜੀ ਬ੍ਰਾਹਮਣਵਾਦ ਦੀ ਪੰਜਾਲੀ ਜਿਹੜੀ ਸਾਡੇ ਗਲੇ ਦੇ ਵਿੱਚ ਪਈ ਆ ਨਾ ਜੀ, ਇਹ ਉਹਦਾ ਨਤੀਜਾ ਵਾ। ਜਿਵੇਂ ਸਾਡੇ ਵੱਡੇ ਵਡੇਰੇ ਅਸੀਂ ਛੋਟੇ ਹੁੰਦੇ ਦੇਖਦੇ ਆ ਕਿ ਪਿੰਡਾਂ ਦੇ ਵਿੱਚ ਕਹਿਣ ਨੂੰ ਤਾਂ ਸਿੱਖ ਹੁੰਦੇ ਸੀ, ਪਰ ਉੱਥੇ ਹੁਕਮ ਜਿਹੜਾ ਉਹ ਬ੍ਰਾਹਮਣ ਦਾ ਹੀ ਚੱਲਦਾ ਹੁੰਦਾ ਸੀ। ਹੁਣ ਵੀ ਜਿਹੜੀਆਂ ਮਰਜ਼ਾਦਾ ਚੱਲਦੀਆਂ ਨੇ ਪਿੰਡਾਂ ਦੇ ਵਿੱਚ, ਹੁਣ ਅਕਾਲ ਤਖਤ ਸਾਹਿਬ ਦੀ ਮਰਜ਼ਾਦਾ ਵੀ ਉੱਥੇ ਨਹੀਂ ਲਾਗੂ ਹੈਗੀ। ਪਿੰਡਾਂ ਦੇ ਵਿੱਚ ਸਾਰਾ ਕੁਝ ਉਹ ਬ੍ਰਾਹਮਣਾਂ ਦੇ, ਜਿਵੇਂ ਪਹਿਲਾਂ ਬ੍ਰਾਹਮਣ ਨੇ ਕਹਿਤਾ ਉਦਾਂ ਲੋਕ ਕਰਦੇ, ਤੇ ਹੁਣ ਵੀ ਉਦਾਂ ਕਰੀ ਜਾਂਦੇ ਆ। ਨੇ ਹੁਣ ਵੀ ਅਕਾਲ ਤਖਤ ਤੇ ਵੀ ਬ੍ਰਾਹਮਣਾਂ ਦਾ ਹੀ ਆਪਣਾ ਰੋਪ ਚੱਲ ਰਿਹਾ ਨਾ, ਜਿਹੜੇ ਬ੍ਰਾਹਮਣਵਾਦੀ। ਹਾਂਜੀ ਗੱਲ ਇਹ ਆ ਜੀ, ਇਹ ਮਤਲਬ ਇਹ ਜਿਹੜਾ ਸਾਡੇ ਗਲ ਪਿਆ ਵਾ ਨਾ ਜੀ, ਬ੍ਰਾਹਮਣਵਾਦ ਦਾ ਜਿਹੜਾ ਪਿਆ ਵਾ, ਇਹ ਸਾਨੂੰ ਗਲੋਂ ਲਾਉਣਾ ਪੈਣਾ ਵਾ, ਤੇ ਫਿਰ ਇਹ ਜਾਤ ਦਾ ਵਿਤਕਰਾ ਖਤਮ ਹੋਣਾ ਵਾ। ਬਾਕੀ ਮਨੋਜ ਸਿੰਘ ਨੂੰ ਇਹ ਗੱਲ ਮੈਂ ਕਹਿਣਾ ਚਾਹੁੰਦਾ ਵੀ ਭਈਆ ਲਫ਼ਜ਼ ਜਿਹੜਾ ਉਹ ਹਿੰਦੀ ਦੇ ਵਿੱਚ ਭਰਾ ਨੂੰ ਕਹਿੰਦੇ ਨੇ, ਇਹਦੇ ਵਿੱਚ ਇਹ ਸਿਰਫ ਇੱਕ ਆਪਣੇ ਅੰਦਰ ਹੀਨ ਭਾਵਨਾ ਪੈਦਾ ਕਰਨ ਵਾਲੀ ਗੱਲ ਆ। ਇਹ ਕੋਈ ਭਈਆ ਲਫ਼ਜ਼ ਜਿਹੜਾ ਉਹ ਭਰਾ ਨੂੰ ਕਿਹਾ ਜਾਂਦਾ ਹਿੰਦੀ ਦੇ ਵਿੱਚ। ਬਾਕੀ ਸਿੱਖ ਹੁੰਦਾ ਵਾ, ਕੋਈ ਇਹੋ ਜਿਹੀ ਗੱਲ ਨਹੀਂ। ਵਾਹਿਗੁਰੂ 70 ਨਹੀਂ ਸਿੱਖਿਆ ਲਈ ਹੈ, ਤੇ ਉੱਥੇ ਜਿਹੜੇ ਪੰਜਾਬ ਦੇ ਲੋਕ ਸਨ ਉਹ ਸਾਨੂੰ ਭਈਆ ਕਹਿੰਦੇ ਸਨ। ਤੇ ਬਾਬਾ ਜਿੱਥੇ ਬਾਬਾ ਤਾਰਾ ਸਿੰਘ ਜੀ ਸਨ, ਸਾਡੇ ਜਿਹੜੇ ਮਹਾਂਪੁਰਸ਼ ਸਨ, ਉੱਥੇ ਜਿਹੜੇ ਵੱਡੇ ਸਨ ਸਾਡੇ ਬਜ਼ੁਰਗ, ਤੇ ਉਹ ਸਾਨੂੰ ਬੁਲਾ ਕੇ ਗੱਲ ਕਹਿੰਦੇ ਹੁੰਦੇ ਸਨ, ਕਹਿੰਦੇ ਭਈਆ, ਕਹਿੰਦੇ ਭਰਾ ਨੂੰ ਕਹਿੰਦੇ, ਜੇ ਇਹ ਤੁਹਾਨੂੰ ਭਈਆ ਕਹਿੰਦੇ ਨੇ ਤੇ ਤੁਸੀਂ ਇਹਨਾਂ ਦੇ ਭਰਾ ਹੋ। ਬਿਲਕੁਲ ਜੀ ਬਿਲਕੁਲ। ਇਸ ਦੇਸ਼ ਨਾਲ ਚੱਲਣਾ ਹੈ, ਕਿਉਂਕਿ ਆਪ ਸਾਰੇ ਇੱਕ ਹਾਂ। ਮਾਨਸ ਕੀ ਜਾਤ ਜਿਸ ਦੇ ਗੁਰਪੁਰਬ ਵਾਸਤੇ ਆਪਾਂ ਅੱਜ ਇਕੱਠੇ ਬੈਠੇ ਹਾਂ, ਉਹਨਾਂ ਦਾ ਵਿਚਾਰ ਹੀ ਇਹ ਹੈ, ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਵੋ। ਆਪਾਂ ਸਾਰਿਆਂ ਨੂੰ ਇੱਕ ਕਰਨਾ ਹੈ। ਤੇ ਇਹ ਵਾਇਸ ਆਫ ਮਾਨ ਸਾਹਿਬ ਜਿਹੜੇ ਸਾਡੇ ਮੇਘਰਾਜ ਸਿੰਘ ਜੀ ਹੈ, ਉਹਨਾਂ ਦਾ ਮੇਨ ਇਹ ਆਪਾਂ ਇਹ ਕੋਈ ਬ੍ਰਾਹਮਣਵਾਦ ਨੂੰ ਆਪਾਂ ਗਲੋਂ ਲਾਉਣਾ ਹੀ ਹੈ। ਹੁਣ ਇਹ ਜਿਹੜਾ ਬ੍ਰਾਹਮਣਵਾਦ ਨੇ ਪੂਰੇ ਸੰਸਾਰ ਤੇ ਜ਼ੋਰ ਪਾਇਆ ਹੋਇਆ ਨਾ, ਇਹ ਮਨੂਵਾਦੀ ਜਿਹੜੀ ਹੈ, ਇਹਨੂੰ ਆਪਾਂ ਦੂਰ ਕਰਨਾ ਹੈ। ਤੇ ਸਾਡੇ ਡਾਕਟਰ ਕਿਰਪਾਲ ਸਿੰਘ ਜੀ ਨੇ ਬੜਾ ਉਪਰਾਲਾ ਕੀਤਾ ਹੈ, ਭਾਈ ਮੇਘਰਾਜ ਸਿੰਘ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਬੈਠੇ ਨੇ, ਤੇ ਇਹਨਾਂ ਦੇ ਵਾਸਤੇ ਵੀ ਆਪਾਂ ਅਰਦਾਸ ਕਰਦੇ ਹਾਂ, ਮਹਾਰਾਜ ਇਹਨਾਂ ਨੂੰ ਬਹੁਤ ਚੜ੍ਹਦੀਆਂ ਕਲਾ 'ਚ ਰੱਖੇ। ਤੇ ਸਾਰਾ ਪਰਿਵਾਰ ਆਪਣਾ ਸਾਰਿਆਂ ਦਾ ਪਰਿਵਾਰ ਹੈ। ਵਾਇਸ ਆਫ ਮਾਨਵਤਾ ਇੱਕ ਹੈ ਤੇ ਇੱਕ ਪਰਿਵਾਰ ਹੈ, ਤੇ ਆਪਾਂ ਸਾਰੇ ਸਿੱਖਾਂ। ਸਿੱਖ ਉਹੀ ਹੈ ਜਿਹੜਾ ਸਿੱਖਦਾ ਹੈ, ਬਸ ਇਹ ਬੇਨਤੀ ਹੈ। ਤੇ ਸਾਰਿਆਂ ਕੋਲ ਮਾਫੀ ਮੰਗਾਂਗੇ, ਸਾਰਿਆਂ ਨੂੰ ਪੂਰਾ ਟਾਈਮ ਨਹੀਂ ਮਿਲਿਆ, ਤੇ ਆਪਾਂ ਕੱਲ ਨੂੰ ਬਾਬਾ ਜੀ ਨੂੰ ਬੇਨਤੀ ਕਰਾਂਗੇ ਵੀ 2 ਘੰਟੇ ਕੱਲ ਨੂੰ ਰੱਖਣ, ਤੇ ਆਪਾਂ ਕੱਲ ਨੂੰ ਪੂਰੀ ਅੱਛੀ ਤਰ੍ਹਾਂ ਵਿਚਾਰ ਕਰਨੀ ਹੈ, ਤੇ ਖੁੱਲਾ ਟਾਈਮ ਸਭ ਨੂੰ ਮਿਲਣਾ, ਤੇ ਆਪਾਂ ਸਾਰਿਆਂ ਨੇ ਕੱਲ ਨੂੰ ਆਉਣਾ ਹੈ। ਤੇ ਇਹ ਵਾਇਸ ਆਫ ਮਾਨਵਤਾ ਵੱਲੋਂ ਆਪ ਜੀ ਨੂੰ ਸਾਰਿਆਂ ਨੂੰ ਨਿਯੁਕਤ ਹੈ ਜੀ। ਭੁੱਲਾਂ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।